ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA ਟੀਵੀ। ਪੰਜਾਬ ਚਰਚਾ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਪਿਛਲੇ ਕੁਝ ਦਿਨਾਂ ਤੋਂ ਕੈਨੇਡਾ ਤੇ ਭਾਰਤ ਦੇ ਵਿੱਚ ਟਕਰਾਓ ਦੀ ਸਥਿਤੀ ਪੈਦਾ ਹੋਈ। G20 ਦੇ ਵਿੱਚ ਤੇ ਬੜੀਆਂ ਪਿਆਰ ਭਰੀਆਂ ਗੱਲਾਂ ਕੀਤੀਆਂ ਗਈਆਂ ਨੇ, ਵਨ ਅਰਥ, ਵਨ ਫੈਮਿਲੀ, ਵਨ ਫਿਊਚਰ। ਪਰ ਹੁਣ ਕੀ ਹੋਇਆ ਕਿ ਸਾਰੀ ਦੁਨੀਆ ਦੇ ਵਿੱਚ ਚਰਚਾ ਛਿੜ ਗਈ ਹੈ ਕਿ ਕੈਨੇਡਾ ਤੇ ਭਾਰਤ ਦੇ ਵਿੱਚ ਟਕਰਾਓ ਦੀ ਸਥਿਤੀ ਪੈਦਾ ਹੋ ਗਈ ਹੈ। ਇਹ ਕੀ ਮਾਮਲਾ ਹੈ, ਇਹਦੀ ਗਹਿਰਾਈ ਕੀ ਹੈ, ਜਾਣਾਂਗੇ ਆਪਣੇ ਪੋਲੀਟੀਕਲ ਐਨਾਲਿਸਟ ਮਨਜੀਤ ਸਿੰਘ ਜੀ ਕੋਲੋਂ। ਮਨਜੀਤ ਜੀ, ਵੈਲਕਮ ਟੂ ਪੰਜਾਬ ਚਰਚਾ। ਧੰਨਵਾਦ ਜੀ। ਸੋ ਸ਼ੁਰੂ ਕਰਦੇ ਹਾਂ ਬਾਈਡਨ ਸਾਹਿਬ ਤੋਂ। G20 ਸੰਮੇਲਨ ਦੇ ਵਿੱਚ ਜਦੋਂ ਆਏ ਨੇ ਤਾਂ ਕਿਹਾ ਜਾ ਰਿਹਾ ਹੈ ਅਮਰੀਕਾ ਦੇ ਨਿਊਜ਼ਪੇਪਰ ਫਾਈਨੈਂਸ਼ੀਅਲ ਟਾਈਮਜ਼ ਵੱਲੋਂ ਕਿ ਉਹਨਾਂ ਨੇ ਕੈਨੇਡਾ ਦਾ ਮੁੱਦਾ ਛੇੜਿਆ ਸੀ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਦੇ ਨਾਲ ਕਿ ਕੀ ਗਤੀਵਿਧੀਆਂ ਹੋ ਰਹੀਆਂ ਨੇ, ਕਿਉਂਕਿ ਕੈਨੇਡਾ ਦੀ ਧਰਤੀ ਦੇ ਉੱਤੇ ਕਿਹਾ ਜਾਂਦਾ ਹੈ ਕਿ ਭਾਰਤ ਤੋਂ ਗਏ ਹੋਏ ਕਈ ਗੈਰ ਸਮਾਜਿਕ ਤੱਤਵ ਵੀ ਉੱਥੇ ਛੁਪੇ ਹੋਏ ਨੇ, ਜਿਹਦੇ ਵਿੱਚ ਗੈਂਗਸਟਰਸ ਵੀ ਨੇ ਤੇ ਕੁਝ ਇੱਕ ਮੂਵਮੈਂਟਸ ਦੇ ਨਾਲ ਜੁੜੇ ਹੋਏ ਲੋਕ ਵੀ ਨੇ ਜੋ ਸਮੇਂ-ਸਮੇਂ ਤੇ ਇਹ ਗਤੀਵਿਧੀਆਂ ਕਰਦੇ ਰਹਿੰਦੇ ਨੇ ਕਿ ਭਾਰਤ ਦੇ ਅੰਦਰ ਕੋਈ ਨਾ ਕੋਈ ਖਲਬਲੀ ਮਚੀ ਰਹਿੰਦੀ ਹੈ। ਤੇ ਭਾਰਤ ਸਰਕਾਰ ਦਾ ਕਹਿਣਾ ਕਿ ਅਸੀਂ ਲਗਾਤਾਰ ਕੈਨੇਡੀਅਨ ਗਵਰਨਮੈਂਟ ਨੂੰ ਪਿਛਲੇ 30 ਸਾਲਾਂ ਤੋਂ ਇਸ ਗੱਲ ਦੀ ਸੂਚਨਾ ਦੇ ਰਹੇ ਹਾਂ, ਪਰ ਕੈਨੇਡੀਅਨ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਰੇਂਗਦੀ ਪਈ ਕਿ ਉਹ ਕੋਈ ਕਾਰਵਾਈ ਨਹੀਂ ਲੈਂਦੇ ਪਏ, ਕੋਈ ਐਕਸ਼ਨ ਨਹੀਂ ਲੈਂਦੇ ਪਏ। ਤੇ ਹੁਣ ਦੱਸੋ ਅਸੀਂ ਕਰੀਏ ਤੇ ਕੀ ਕਰੀਏ। ਇਹਦੇ ਵਿੱਚ ਜੋ ਬਾਈਡਨ ਸਾਹਿਬ ਨੇ ਜਿਹੜਾ ਮੁੱਦਾ ਉਠਾਇਆ ਸੀ G20 ਵੇਲੇ PM ਮੋਦੀ ਦੇ ਨਾਲ, ਉਹਦੀ ਕੀ ਸੱਚਾਈ ਹੈ ਤੇ ਉਹਦੇ ਬਾਰੇ ਕੀ ਡਿਟੇਲਸ ਨੇ ਮਨਜੀਤ ਜੀ? ਦੇਖੋ, ਅਸਲੀਅਤ ਇਹ ਹੈ ਸੰਜੀਵ ਜਸ ਖੰਨਾ ਜੀ ਕਿ ਜੋ ਪਹਿਲਾਂ ਆਪਾਂ ਇਸ ਚੀਜ਼ ਨੂੰ ਸਮਝੀਏ ਕਿ ਇਹ ਹੈ ਕੀ, ਹੋ ਕੀ ਰਿਹਾ। ਬਿਲਕੁਲ, ਤੁਹਾਡੀ ਗੱਲ ਤੇ ਬਿਲਕੁਲ ਠੀਕ ਹੈ ਕਿ ਅਜੇ ਹੁਣੇ ਤੇ ਇਕੱਠੇ ਭੰਗੜੇ ਪਾਉਂਦੇ ਗਏ ਆ, ਫੋਟੋਆਂ ਖਿਚਾਉਂਦੇ ਗਏ ਆ, ਵਾਹ 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 ਵਾਹ, ਬਹੁਤ ਚੰਗਾ, ਬਹੁਤ 15 ਬਾਈਲੈਟਰਲ ਮੀਟਿੰਗ ਹੋਈਆਂ ਇੱਕ ਦੂਜੇ ਨਾਲ, ਹੈ ਨਾ, ਗਰਮਜੋਸ਼ੀ। ਅਸੀਂ ਵੀ ਸਮਝ ਰਹੇ ਸੀ ਲਓ ਜੀ ਹੁਣ ਚੋਣਾਂ ਦਾ ਬਿਗਲ ਵੱਜ ਗਿਆ, ਚੋਣਾਂ ਦਾ ਮਾਹੌਲ ਬਣ ਰਿਹਾ, ਇਸ ਕਿਸਮ ਦੀਆਂ ਗੱਲਾਂ ਚੱਲ ਰਹੀਆਂ ਸੀਗੀਆਂ। ਉੱਥੇ ਅਚਾਨਕ ਐਂਟੀ ਕਲਾਈਮੈਕਸ ਵੱਲ ਨੂੰ ਗੱਲ ਸ਼ੁਰੂ ਹੋ ਜਾਂਦੀ ਹੈ। ਜਾਣੀ ਐਦ ਵੀ ਗੱਲ ਆ ਗਈ ਸਾਹਮਣੇ, ਜਿਸ ਤਰ੍ਹਾਂ ਤੁਸੀਂ ਕਹਿ ਹੀ ਰਹੇ ਸੀ ਪ੍ਰੋਗਰਾਮ ਤੋਂ ਪਹਿਲਾਂ, ਕਿ ਸਾਨੂੰ ਬੜੀ ਹੈਰਾਨੀ ਦੀ ਗੱਲ ਸੀ ਕਿ ਜਸਟਿਨ ਟਰੂਡੋ ਪ੍ਰਧਾਨ ਮੰਤਰੀ ਕੈਨੇਡਾ ਅਚਾਨਕ ਪਾਰਲੀਮੈਂਟ 'ਚ ਆ ਕੇ, ਆਪਣੀ ਪਾਰਲੀਮੈਂਟ 'ਚ ਇਹ ਗੱਲ ਅਨਾਉਂਸ ਕਰ ਦਿੰਦੇ ਆ ਕਿ ਦੇਖੋ ਜੀ, ਸਾਨੂੰ ਤੇ ਜਿਹੜੀਆਂ ਏਜੰਸੀਆਂ ਸਾਡੇ ਕੋਲ ਪੁਖਤਾ ਇਹੋ ਜਿਹੀਆਂ ਜਾਣਕਾਰੀਆਂ ਹੈ ਜਿਹਦੇ ਦੇ ਆਧਾਰ ਤੇ ਅਸੀਂ ਕਹਿ ਸਕਦੇ ਹਾਂ ਕਿ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਨੇ ਨਿੱਜਰ ਦੀ ਜਿਹੜੀ ਉੱਥੇ ਸਰੀ ਦੇ ਵਿੱਚ ਡੈਥ ਹੋਈ ਹੈ, ਹਰਦੀਪ ਸਿੰਘ ਨਿੱਜਰ ਦੀ, ਉਹਦੇ ਵਿੱਚ ਉਹਨਾਂ ਦੀ ਕਿਸੇ ਕਿਸਮ ਨਾਲ ਸ਼ਮੂਲੀਅਤ ਹੈ। ਇਸ ਕਿਸਮ ਦਾ ਜਿਹੜਾ ਇੱਕ ਅਨਾਉਂਸਮੈਂਟ ਆ ਜਾਣੀ, ਉਹ ਇੱਕ ਖਲਬਲੀ ਮਚਾਉਣ ਵਾਲੀ ਗੱਲ ਸੀ। ਉਹ ਇਸ ਕਰਕੇ ਨਹੀਂ ਕਿ ਜਸਟਿਨ ਟਰੂਡੋ ਨੇ ਕੋਈ ਓਪਨਲੀ ਬਿਆਨ ਦਿੱਤਾ, ਉਹ ਇਸ ਕਰਕੇ ਵੀ ਕਿ ਪਾਰਲੀਮੈਂਟ 'ਚ ਦਿੱਤਾ, ਉਹ ਇਸ ਕਰਕੇ ਵੀ ਕਿ ਜਸਟਿਨ ਟਰੂਡੋ ਜਾਂ ਕੈਨੇਡਾ ਉਹ 5 ਆਈਜ਼, ਹੁਣ ਉਹ ਆਈਜ਼ ਅੱਖਾਂ ਵਾਲੀ ਆ ਕਿ ਆਈ ਜਿਹੜੀ ਅੰਗਰੇਜ਼ੀ ਵਾਲੀ ਆਈ ਇੰਟੈਲੀਜੈਂਸ ਵਾਲੀ ਹੈ, ਇਹ ਤੇ ਉਹ ਜਾਣਨ ਮੈਨੂੰ ਬਹੁਤਾ ਕਲੀਅਰ ਨਹੀਂ, ਪਰ ਉਹਦਾ ਮਤਲਬ ਇਹ ਆ ਕਿ ਕਾਮਨ ਇੰਟੈਲੀਜੈਂਸ ਨੈਟਵਰਕ। ਇਹ ਜਿਹੜੀਆਂ 5 ਦੇਸ਼ ਹੈ ਜਿਹਦੇ ਵਿੱਚ ਨਿਊਜ਼ੀਲੈਂਡ, ਆਸਟ੍ਰੇਲੀਆ, UK, ਕੈਨੇਡਾ ਤੇ ਅਮਰੀਕਾ, ਇਹ 5 ਦਾ ਨੈਟਵਰਕ ਹੈਗਾ। ਉਹ ਕਹਿੰਦੇ ਕਿ ਜਿਹੜੀ ਅਸੀਂ ਇਸ ਸਿੱਟੇ ਤੇ ਪਹੁੰਚੇ ਹਾਂ ਸੰਜੀਵ ਜੀ, ਕਿ ਭਾਰਤ ਨੇ ਆ ਕਾਰਵਾਈ ਉਹਨਾਂ ਦੇ ਦੇਸ਼ ਵਿੱਚ ਘੁਸ ਕੇ ਉਹਨਾਂ ਦੇ ਸਿਟੀਜ਼ਨ ਨੂੰ ਮਰਡਰ ਕਰਾਉਣ ਦਾ ਇਸ਼ਾਰਾ ਕਰ ਰਹੇ ਆ। ਉਹ ਹਾਲਾਂਕਿ ਸਿੱਧੇ ਤੌਰ ਤੇ ਨਹੀਂ ਕਹਿ ਰਹੇ, ਪਰ ਉਹਦਾ ਮਤਲਬ ਤੇ ਸਾਰੀ ਦੁਨੀਆ 'ਚ ਇਹੋ ਹੀ ਸਮਝ ਪੈ ਰਿਹਾ ਆ ਕਿ ਉਹਦੇ 'ਚ ਉਹ ਕਹਿੰਦੇ ਕਿ ਅਸੀਂ, ਸਾਡੀ ਇਕੱਲੇ ਦੀ ਕਾਰਵਾਈ ਨਹੀਂ ਹੈ, ਸਾਡੀ ਸਮਝ ਹੋਰਨਾਂ ਦੇਸ਼ਾਂ ਦੇ ਇਨਪੁੱਟ ਤੇ ਆਧਾਰ ਤੇ ਆ। ਇੰਟਰਨੈਸ਼ਨਲ ਜਿਹੜੀਆਂ ਵੱਡੀਆਂ ਖਬਰ ਦੀਆਂ ਏਜੰਸੀਆਂ, ਰਾਇਟਰਸ ਆ, ਤੁਸੀਂ ਉਹ ਜਾਂ ਹੋਰ BBC ਜਾਂ ਹੋਰ ਸਾਰੇ ਇਸ ਗੱਲ ਤੇ ਲਗਾਤਾਰ ਖਬਰਾਂ ਭੇਜ ਰਹੇ ਆ ਕਿ ਕੀ ਹੋ ਰਿਹਾ, ਕਿੱਦਾਂ ਹੋ ਰਿਹਾ। ਔਰ ਉਹਦੇ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਅਮਰੀਕਾ ਦੇ ਜਿਹੜੇ ਜੇਕ ਸੁਲੀਵਨ ਹੈ, ਉਹਨਾਂ ਦੇ NSA ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, ਉਹ ਤੇ ਸਾਫ਼ ਹੀ ਕਹਿੰਦੇ ਆ, ਉਹ ਕਹਿੰਦੇ ਅਸੀਂ ਕਿਸੇ ਨੂੰ ਨਹੀਂ ਬਖਸ਼ਦੇ ਇਹੋ ਜਿਹੇ ਮਾਮਲੇ ਦੇ ਵਿੱਚ। ਅਸੀਂ ਤੇ ਇਨਸਾਫ ਚਾਹੁੰਦੇ ਹਾਂ ਔਰ ਇੰਡੀਅਨ ਗਵਰਨਮੈਂਟ ਨੂੰ ਜੋ ਕੈਨੇਡਾ ਕਹਿੰਦਾ ਉਹਦੇ 'ਚ ਕੋਆਪਰੇਟ ਕਰਨਾ ਚਾਹੀਦਾ ਤਾਂ ਕਿ ਇਸ ਗੱਲ ਦੀ ਤਹਿ ਤੱਕ ਪਹੁੰਚਿਆ ਜਾ ਸਕੇ ਔਰ ਸਾਰੀ ਪਾਰਦਰਸ਼ਤਾ ਲਿਆਂਦੀ ਜਾ ਸਕੇ। ਹੁਣ ਇਹੋ ਜਿਹੀਆਂ ਗੱਲਾਂ ਜੋ ਬਾਈਡਨ ਵੱਲੋਂ ਆਪ ਵੀ
ਕਿ ਮੈਂ ਤੇ ਪਹਿਲਾਂ ਹੀ ਕਿਹਾ ਸੀ, ਇਹ ਕਹਿੰਦੇ ਨਹੀਂ। ਹੁਣ ਇੱਕ ਲੇਟੈਸਟ ਗੱਲ ਹੋਰ ਵੀ ਆਈ ਆ, ਉਹ ਇਹ ਆਈ ਹੈ ਕਿ ਇੰਡੀਅਨ ਗਵਰਨਮੈਂਟ ਲਗਾਤਾਰ ਕਹਿੰਦੇ ਸੀ ਵੀ ਸਾਨੂੰ ਤਾਂ ਤੁਸੀਂ ਕੋਈ ਦਿੱਤਾ ਲਿਆ ਨਹੀਂ, ਕਾਗਜ਼ ਪੱਤਰ ਹੀ ਨਹੀਂ ਦਿੱਤਾ, ਤੁਸੀਂ ਕਹੀ ਜਾਂਦੇ ਸਾਨੂੰ ਇਨਫੋਰਮੇਸ਼ਨ ਦਿਓ, ਇਨਫੋਰਮੇਸ਼ਨ ਦਿਓ। ਕਾਹਦੀ ਇਨਫੋਰਮੇਸ਼ਨ ਦਈਏ? ਹੁਣ ਟਰੂਡੋ ਦਾ ਬਿਆਨ ਇਹ ਆ ਗਿਆ ਕਿ ਅਸੀਂ ਤੇ ਬਹੁਤ ਦੇਰ ਪਹਿਲਾਂ ਇਸ ਬਾਰੇ ਸਾਰੀ ਰਿਪੋਰਟ ਉਹਨਾਂ ਨੂੰ, ਜਿੰਨੇ ਕੁ ਵੀ ਸਾਡੇ ਕੋਲ ਫੈਕਟ ਸੀਗੇ ਔਰ ਜਿੰਨੇ ਕੋ ਫੈਕਟ ਇੰਟੈਲੀਜੈਂਸ ਦੇ ਲੀਕ ਕਰਨਾ ਜਾਇਜ਼ ਸਮਝਦੇ ਹੋਣਗੇ, ਮਤਲਬ ਡਿਟੇਲ ਜਿੰਨੀ ਹੈ ਨਾ, ਫੈਕਟ ਜੀ ਦੇਤੇ ਹੋਣਗੇ ਪਰ ਡਿਟੇਲ ਨਹੀਂ ਦਿੱਤੀ ਹੋਊਗੀ ਨਾ, ਕਿ ਕਿਹਦਾ ਨਾਂ ਆ, ਕਿੱਦਾਂ ਆ, ਕੌਣ ਆ, ਨੰਬਰ ਇਸ ਤਰ੍ਹਾਂ ਦਾ ਨਹੀਂ ਦਿੱਤਾ ਹੋਊਗਾ। ਪਰ ਉਹ ਰਿਪੋਰਟ ਸਬਮਿਟ ਕਈ ਹਫ਼ਤੇ ਪਹਿਲਾਂ ਕਰ ਚੁੱਕੇ ਆ। ਇਸ ਲਈ ਇਹ ਜਿਹੜਾ ਸਾਰਾ ਵਾਲ ਰਚਿਆ, ਇਹ ਬੜਾ ਇੰਡੀਆ ਲਈ ਇੱਕ ਇਹਨਾਂ ਦੀ ਡਿਪਲੋਮੈਟਿਕ ਅਸਟਿਊਟਨੈਸ ਦਾ ਬਹੁਤ ਵੱਡਾ ਟੈਸਟ ਹੈਗਾ। ਇਹ ਬੜੀ ਵੱਡੀ ਚੁਣੌਤੀ ਹੈਗੀ। ਦੂਜੇ ਪਾਸੇ ਇਹ ਹਾਲਾਤ ਹੋਰ ਵੀ ਪੇਚੀਦਾ ਉਦੋਂ ਬਣ ਜਾਂਦੇ ਹੈ ਜਦੋਂ ਏਸ਼ੀਅਨ ਗੇਮਸ ਹੁਣ ਚਾਈਨਾ 'ਚ ਸ਼ੁਰੂ ਹੋਣੀਆਂ ਤੇ ਸਾਡਾ ਜਿਹੜਾ ਸਪੋਰਟਸ ਮਿਨਿਸਟਰ ਹੈ ਉਹ ਉੱਥੇ ਜਾਣ ਤੋਂ ਇਸ ਕਰਕੇ ਨਾ ਕਰ ਰਿਹਾ ਕਿਉਂਕਿ ਅਰੁਣਾਚਲ ਪ੍ਰਦੇਸ਼ ਦੇ 3 ਵਿਦਿਆਰਥੀਆਂ ਨੂੰ ਵੀਜ਼ਾ ਨਹੀਂ ਮਿਲ ਰਿਹਾ। ਚਾਈਨਾ ਨੇ ਨਾ ਕਰ ਦਿੱਤੀ ਹੈ। ਜੀ ਇਹ ਕਰਕੇ ਇੱਕ ਪਾਸੇ ਚਾਈਨਾ ਅੱਖਾਂ ਦਿਖਾ ਰਿਹਾ, ਇੱਕ ਪਾਸੇ ਅਮਰੀਕਾ, ਕੈਨੇਡਾ ਤੇ ਉਹਦੇ ਜਿਹੜੇ ਸਾਥੀ ਆ ਉਹ ਸਾਡੇ ਖੜੇ ਹੋ ਗਏ ਸਾਹਮਣੇ। ਸਾਡੇ ਲਈ ਤੇ ਬੜੀ ਇੱਕ ਵੱਡੀ, ਜਿੱਥੇ ਇੱਕ ਇੰਨਾ ਚੱਲਿਆ ਸੀ ਕਿ ਅਸੀਂ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਤੇ ਦੁਨੀਆ ਦੇ ਸਭ ਤੋਂ ਵੱਡੇ ਲੀਡਰ ਨਰਿੰਦਰ ਮੋਦੀ ਜੀ ਨੂੰ ਪੇਸ਼ ਕਰ ਰਹੇ ਸੀਗੇ, ਉੱਥੇ ਉਹ ਸਾਰੇ ਹੀ ਸਾਡੇ ਸ਼ਾਇਦ ਇਸ ਈਰਸ਼ਾ ਚੋਂ ਜਾਂ ਸ਼ਾਇਦ ਉਹਨਾਂ ਦੀ ਇਸ ਪਪੂਲੈਰਿਟੀ ਨੂੰ ਬਰਦਾਸ਼ਤ ਨਹੀਂ ਕਰ ਰਹੇ ਕਿ ਉਹ ਸਾਰੇ ਆ ਕੇ ਇਸ ਬਹਾਨੇ ਵਿਰੁੱਧ ਖੜੇ ਹੋ ਗਏ। ਹਾਂਜੀ, ਵਿਰੁੱਧ ਖੜੇ ਹੋ ਗਏ, ਪਰ ਇਹਦਾ ਖਾਮਿਆਜ਼ਾ ਤੇ ਭਾਰਤ ਨੂੰ ਭੁਗਤਣਾ ਪਏਗਾ। ਔਰ ਜਿੱਦਾਂ ਸਾਰੀਆਂ ਗਤੀਵਿਧੀਆਂ ਅਸੀਂ ਜਾਣਦੇ ਹਾਂ, ਇਲੈਕਸ਼ਨਸ ਵੀ ਡਿਊ ਨੇ ਭਾਰਤ ਦੇ ਅੰਦਰ, ਇਹ ਵੀ ਇੱਕ ਸਥਿਤੀ ਬਣੀ ਹੋਈ ਹੈ। ਤੇ ਦੂਜੀ ਇਹ ਹੋਰ ਮੁਸੀਬਤ ਸਿਰ ਤੇ ਆਣ ਪਈ, ਇਹ ਤਾਂ ਹੋਰ ਜ਼ਬਰਦਸਤ ਮੁਸੀਬਤ ਬਣ ਗਈ ਹੈ। ਸੋ ਇਹਦੇ ਵਿੱਚ ਅਮਰੀਕਾ ਕੋਈ ਕ੍ਰੀਏਟਿਵ ਰੋਲ ਅਦਾ ਨਹੀਂ ਕਰ ਸਕਦਾ, ਕਿਉਂਕਿ ਅਮਰੀਕਾ ਨੇ ਤੇ ਆਪਣੀ ਸਪੋਰਟ ਦੇ ਨਾਲ ਇੰਡੀਆ ਨੂੰ ਗਲੋਬਲ ਸਾਊਥ ਦਾ ਲੀਡਰ ਬਣਾਇਆ ਔਰ ਹੁਣੇ ਦੱਖਣੀ ਅਫਰੀਕਾ ਦੇ ਦੇਸ਼ਾਂ ਨੂੰ ਵੀ ਸ਼ਾਮਿਲ ਕੀਤਾ ਗਿਆ G20 ਦੇ ਵਿੱਚ ਤੇ ਉਹ ਬਣ ਗਿਆ G21। ਔਰ ਬਾਈਡਨ ਸਾਹਿਬ ਨੇ ਬੜੀ ਹੱਲਾਸ਼ੇਰੀ ਦਿੱਤੀ ਔਰ ਬੜਾ ਸਪੋਰਟ ਕੀਤਾ ਇਹਨਾਂ ਦਿਨਾਂ ਦੇ ਵਿੱਚ। ਔਰ ਪਿਛਲੇ ਦਿਨੀ ਜਦੋਂ PM ਮੋਦੀ ਵੀ ਗਏ ਨੇ ਅਮਰੀਕਾ, ਉੱਥੇ ਵੀ ਬੜੀਆਂ ਗਤੀਵਿਧੀਆਂ ਰਹੀਆਂ ਨੇ ਔਰ ਬੜੇ ਸਮਝੌਤੇ ਹੋਏ ਨੇ। ਔਰ ਇੱਥੋਂ ਤੱਕ ਕਿ ਡਿਫੈਂਸ ਵਾਸਤੇ ਸਮਾਨ ਤਿਆਰ ਕੀਤਾ ਜਾਵੇ, ਉਹਦੇ ਵਾਸਤੇ ਵੀ ਅਮਰੀਕਾ ਰਾਜ਼ੀ ਹੋਇਆ ਹੈ ਇੰਡੀਆ ਦੇ ਨਾਲ ਪਾਰਟਨਰਸ਼ਿਪ ਕਰਨ ਵਾਸਤੇ। ਠੀਕ ਹੈ, ਇਹ ਜੀਓਪੋਲਿਟਿਕਸ ਆ ਕਿ ਪਾਕਿਸਤਾਨ ਦੀ ਲੋੜ ਹੈ ਚਾਈਨਾ ਨੂੰ, ਕਿਉਂਕਿ ਪਾਕਿਸਤਾਨ ਦਾ ਪੰਗਾ ਭਾਰਤ ਨਾਲ ਪਿਆ ਰਹਿੰਦਾ ਹੈ ਤੇ ਚਾਈਨਾ ਨੇ ਇਸਤੇਮਾਲ ਕਰਨਾ ਹੈ ਪਾਕਿਸਤਾਨ ਨੂੰ ਭਾਰਤ ਦੇ ਖਿਲਾਫ, ਭਾਰਤ ਨੂੰ ਘੇਰਨ ਦੇ ਲਈ। ਤੇ ਇਧਰੋਂ ਚੀਨ ਨੂੰ ਘੇਰਨ ਦੇ ਲਈ ਜ਼ਰੂਰਤ ਹੈ ਭਾਰਤ ਦੀ, ਅਮਰੀਕਾ ਨੂੰ, ਇਸ ਲਈ ਚੀਨ ਨੂੰ ਘੇਰਨ ਲਈ ਭਾਰਤ ਨੂੰ ਇਸਤੇਮਾਲ ਕਰਨਾ ਅਮਰੀਕਾ ਨੇ। ਇਹ ਤੇ ਇੱਕ ਜੀਓਪੋਲਿਟਿਕਸ ਦੀ ਇਕੁਏਸ਼ਨ ਬਣਦੀ ਹੈ, ਸਾਰੇ ਸਮਝਦੇ ਪਏ ਨੇ। ਪਰ ਇਸ ਵਕਤ ਜੋ ਜ਼ਰੂਰਤ ਹੈ, ਕਿਉਂਕਿ ਇਹਦੇ ਵਿੱਚ ਕਿਤੇ ਨਾ ਕਿਤੇ ਇਨਸਾਨੀਅਤ ਦੀ ਗੱਲ ਵੀ ਆ ਜਾਂਦੀ ਹੈ ਕਿ ਉਹ ਲੋਕ ਜਿਹੜੇ ਕੈਨੇਡਾ ਦੀ ਧਰਤੀ ਤੇ ਬੈਠੇ ਨੇ, ਜਿਹੜੇ ਖਲਬਲੀ ਪੈਦਾ ਕਰਦੇ ਨੇ, ਉਹਨਾਂ ਦੇ ਬਾਰੇ ਜਦੋਂ ਪੂਰੀ ਜਾਣਕਾਰੀ ਇੰਡੀਅਨ ਗਵਰਨਮੈਂਟ ਦੇ ਰਹੀ ਹੈ ਤੇ ਕੈਨੇਡੀਅਨ ਗਵਰਨਮੈਂਟ ਉਹਦੇ ਉੱਤੇ ਕੋਈ ਵੀ ਕਾਰਵਾਈ ਨਹੀਂ ਕਰਦੀ ਪਈ, ਇਹ ਵੀ ਇੱਕ ਮੁੱਦਾ ਬਣਦਾ ਹੈ। ਪਰ ਇਹਦੇ ਵਿੱਚ ਅਮਰੀਕਾ ਕਿੱਦਾਂ ਦਾ ਕ੍ਰੀਏਟਿਵ ਰੋਲ ਅਦਾ ਕਰ ਸਕਦਾ ਮਨਜੀਤ ਜੀ ਇਸ ਸਮੱਸਿਆ ਨੂੰ ਹੱਲ ਕਰਨ ਵਾਸਤੇ? ਹਾਂਜੀ, ਅਸੀਂ ਬੜੇ ਭੋਲੇ ਆ ਜਦੋਂ ਇਹੋ ਜਿਹਾ ਸਵਾਲ ਕਰਦੇ ਜਾਂ ਇਹੋ ਜਿਹੀਆਂ ਉਮੀਦਾਂ ਕਰਦੇ ਆ ਕਿ ਅਮਰੀਕਾ ਕ੍ਰੀਏਟਿਵ ਰੋਲ ਕਰੇ, ਸਪੋਰਟਿਵ ਰੋਲ ਕਰੇ ਸਾਨੂੰ। ਅਮਰੀਕਾ ਦਾ ਤੇ ਬਾਈ ਨੇਚਰ, ਬਾਈ ਟੈਂਪਰਾਮੈਂਟ ਉਹਨਾਂ ਦਾ ਇਤਿਹਾਸ ਆ ਦੇਸ਼ਾਂ ਦੇ ਵਿੱਚ ਰਾਜ ਪਲਟੇ ਕਰਾਉਣੇ, ਦਾਦਾਗਿਰੀ ਕਰਨੀ, ਗਲੋਬਲ ਪੁਲਿਸਿੰਗ ਦਾ ਕੰਮ ਕਰਨਾ। ਕਿਹੜਾ ਉਹਨਾਂ ਨੇ ਦਾਦਾਗਿਰੀ ਵਾਲਾ, ਗੁੰਡਾਗਰਦੀ ਵਾਲਾ ਕੰਮ ਨਹੀਂ ਕੀਤਾ? ਮੈਨੂੰ ਦੱਸੋ। ਅਲੰਡੇ ਚੁਣੀ ਹੋਈ ਪਾਪੂਲਰ ਗਵਰਨਮੈਂਟ ਨੂੰ ਉੱਥੇ ਪਿਨੋਚੇ ਨੂੰ ਲਿਆ ਕੇ ਜਿਹੜਾ ਆਰਮੀ ਦਾ ਓਪਨ, ਹੁਣ ਤੇ ਉਹ ਡਾਕੂਮੈਂਟ ਵੀ ਡੀਕਲਾਸੀਫਾਈ ਹੋ ਗਏ ਆ ਨਾ, ਸਾਰੇ ਸਾਹਮਣੇ ਆ ਗਿਆ ਕਿ ਕਿਵੇਂ ਸਪੋਰਟ ਕਰਕੇ ਤੇ ਮਿਲਟਰੀ ਕੂ ਕਰਾਤਾ ਤੇ 40,000 ਲੋਕ ਜਾ ਕੇ ਚਿੱਲੀ ਦੇ ਵਿੱਚ ਮਰਵਾਤੇ ਸੀਗੇ। ਇਹ ਕਿਊਬਾ ਦੇ ਵਿੱਚ ਕੀ ਕੁਛ ਨਹੀਂ ਕਰਦੇ ਰਹੇ, ਕਿੰਨੇ ਵਾਰੀ ਫੀਡਲ ਕਾਸਟਰੋ ਨੂੰ ਮਾਰਨ ਦੀਆਂ ਉੱਥੇ ਕੋਸ਼ਿਸ਼ਾਂ ਕੀਤੀਆਂ ਗਈਆਂ। ਲੈਟਿਨ ਅਮਰੀਕਾ ਸਾਰਾ ਇਹਨਾਂ ਦਾ ਲੁੱਟ ਕੇ ਉੱਥੇ ਆਪਣੇ ਅਮਰੀਕਾ 'ਚ ਲਿਆਂਦਾ, ਸਾਰੀ ਐਮਾਜ਼ਨ ਤੋਂ ਲੱਕੜ, ਜੇ ਉਹ ਸਾਰਾ ਕੁਝ। ਤੁਸੀਂ ਹੋਰ ਗੱਲ ਛੱਡੋ, ਇਹ ਹੁਣ ਬੜੇ ਸਾਧੂ ਮਹੰਤ ਬਣ ਕੇ ਆਪਣੇ ਆਪ ਨੂੰ ਇਨਸਾਫ ਪਸੰਦ ਦੱਸ ਰਹੇ ਆ। ਵਿੱਚੇ ਉਹਨਾਂ ਦਾ NSA, ਵਿੱਚੇ ਜੋ ਬਾਈਡਨ ਰਾਸ਼ਟਰਪਤੀ ਅਮਰੀਕਾ ਦੇ। ਪਰ ਇਹਨਾਂ ਨੇ ਅਸਾਮਾ ਬਿਨ ਲਾਦਨ ਨੂੰ ਅਬਾਟੇਬਾਦ ਕੀ ਨਾ ਉਹਦਾ ਨਾਮ, ਮੈਨੂੰ ਐਬਟਾਬਾਦ ਦੇ ਵਿੱਚੋਂ ਕਿਵੇਂ ਰਾਤੋਂ ਰਾਤ ਹੈਲੀਕਾਪਟਰ ਦੇ ਰਾਹੀਂ ਚੁੱਕ ਕੇ ਲੈ ਗਏ ਸੀਗੇ, ਬਿਨਾਂ ਭੋਰਾ ਭਰ ਵੀ ਪਾਕਿਸਤਾਨ ਦੀ ਸਰਕਾਰ ਨੂੰ ਪਤਾ ਲੱਗਣ ਤੋਂ।
ਕਿੱਥੇ ਕਿੱਥੇ ਦੀਆਂ ਗੱਲਾਂ ਤੁਹਾਨੂੰ ਅਸੀਂ ਗਣਾਈਏ। ਇਹਨਾਂ ਨੇ ਜਾ ਕੇ ਇਰਾਕ ਦੇ ਵਿੱਚ ਦਾਦਾਗਿਰੀ ਕਿਵੇਂ ਕੀਤੀ ਸੀ, ਕਿਹੜੇ ਮਾਸ ਡਿਸਟਰਕਸ਼ਨ ਦੇ, ਉਹ ਦੇਸ਼ ਹੀ ਤਬਾਹ ਕਰਕੇ ਰੱਖ ਦਿੱਤਾ ਪੂਰਾ। ਤੁਸੀਂ ਛੱਡ ਦਿਓ ਇਹਨਾਂ ਦੀਆਂ ਕਹਾਣੀਆਂ। ਉਹ ਦਾਦਾਗਿਰੀ ਵਾਲੇ ਬੰਦੇ ਆ, ਤਕੜੇ ਬੰਦੇ ਆ। ਉਹ ਕਹਿੰਦੇ ਕਿ ਸਾਡੇ ਤੇ ਕੋਈ ਕਾਨੂੰਨ ਨਹੀਂ ਲਾਗੂ ਹੁੰਦਾ, ਇਨਸਾਫ ਦਾ, ਸੰਵਿਧਾਨ ਦਾ, ਡੈਮੋਕ੍ਰੇਸੀ ਦਾ, UN ਦੇ ਹਿਊਮਨਿਸਟਿਕ ਜਿੰਨੇ ਵੀ ਹਿਊਮਨਿਟੇਰੀਅਨ ਲਾਜ਼ ਜਾਂ ਵੈਲਿਊਜ਼ ਆ, ਉਹ ਕਹਿੰਦੇ ਸਾਡੇ ਤੇ ਨਹੀਂ ਲਾਗੂ ਹੁੰਦੇ, ਅਸੀਂ ਤੇ ਦੁਨੀਆ ਤੇ ਉੱਤੇ ਲਾਗੂ ਕਰਦੇ ਆ, ਅਸੀਂ ਉਹਦੇ ਤੋਂ ਆਜ਼ਾਦ ਆ, ਮੁਕਤ ਆ। ਇਸ ਕਰਕੇ ਆਪਾਂ ਇਹ ਉਮੀਦ ਕਰੀਏ ਕਿ ਉਹ ਸਾਡੇ ਨਾਲ ਉਹ ਇੱਕ ਫੇਅਰ ਗੇਮ ਖੇਡਣ, ਇਹ ਤੇ ਸਵਾਲ ਹੀ ਨਹੀਂ ਹੁੰਦਾ। ਉਹਨਾਂ ਦੇ ਆਪਣੇ ਹਿੱਤ ਆ। ਉਹਨਾਂ ਨੂੰ ਸ਼ਾਇਦ ਲੱਗਦਾ ਹੋਊ ਕਿ ਇੰਡੀਆ ਥੋੜਾ ਜਿਹਾ ਇੱਕ ਅਮਰਜਿੰਗ ਸ਼ਕਤੀ ਹੋ ਰਹੀ ਆ, ਇਸ ਨੂੰ ਥੋੜਾ ਲੈਟ ਡਾਊਨ ਕਰਕੇ, ਕਾਰਨਰ ਕਰਕੇ, ਇਹਦੇ ਤੋਂ ਜਿੰਨਾ ਵੀ ਖਿੱਚਿਆ ਖੋਇਆ ਨਿਚੋੜਿਆ ਜਾ ਸਕਦਾ ਉਹ ਕੀਤਾ ਜਾਵੇ। ਇਹ ਤੇ ਹੁਣ ਇੰਡੀਆ ਨੇ ਫੈਸਲਾ ਕਰਨਾ ਕਿ ਕੀ ਤੁਸੀਂ ਉਹਨਾਂ ਦੇ ਘਰਾਂ 'ਚ ਜਾ ਕੇ ਡਿਨਰ ਕਰਨੇ ਆ, ਤੇ ਉਹ ਉਸ ਨਮਕ ਦਾ ਕਿੰਨਾ ਕੁ ਜਿਹੜਾ ਤੁਸੀਂ ਇੱਕ ਦੂਜੇ ਨਾਲ ਸਾਂਝਾ ਕੀਤੀਆਂ ਪਲੇਟਾਂ ਜੋ ਬਾਈਡਨ ਦੇ ਘਰ, ਉਹ ਕਿੰਨਾ ਕੁ ਉਸ ਨੂੰ ਨਿਭਾ ਰਹੇ ਆ, ਇੱਥੋਂ ਹੁਣ ਤੁਸੀਂ ਅੰਦਾਜ਼ਾ ਲਾ ਲਓ। ਸਾਡੇ ਪ੍ਰਧਾਨ ਮੰਤਰੀ ਵੀ ਭੋਲੇ ਆ। ਉਹ ਜਾ ਕੇ ਟਰੰਪ ਨੂੰ ਜੱਫੀ ਪਾ ਕੇ, ਅਬ ਕੀ ਵਾਰ ਟਰੰਪ ਸਰਕਾਰ ਹੋਈ, ਗੁਜਰਾਤ ਦਾ ਨਾਰਾ ਉੱਥੇ ਜਾ ਕੇ ਲਾਉਣ ਲੱਗ ਪਏ। ਇਹ ਜੱਫੀਆਂ ਜੁੱਫੀਆਂ ਪਾਉਣ ਨਾਲ ਇੰਟਰਨੈਸ਼ਨਲ ਪਾਵਰ ਰਿਲੇਸ਼ਨ ਨਹੀਂ ਚੱਲਦੇ। ਇਹਦੇ ਵਿੱਚ ਬਹੁਤ ਕੁਝ ਸੰਜੀਵ ਜਸ ਖੰਨਾ ਜੀ, ਹੋਰ ਕੁਝ ਇਨਵੋਲਵਡ ਹੁੰਦਾ। ਇਸ ਲਈ ਇਹ ਪਿਓਰ ਪਾਵਰ ਰਿਲੇਸ਼ਨ ਤੇ ਡੋਮੀਨੇਸ਼ਨ ਦੇ ਰਿਲੇਸ਼ਨ ਤੇ ਦੂਜਿਆਂ ਦੇ ਸਾਧਨਾਂ ਤੇ ਕਬਜ਼ਾ ਕਿਵੇਂ ਕੀਤਾ ਜਾਏ ਤੇ ਉਸ ਨੂੰ ਦਬਾ ਕੇ ਨਿਚੋੜਿਆ ਕਿਵੇਂ ਜਾਵੇ, ਇਸ ਕਿਸਮ ਦੇ ਜ਼ਿਆਦਾਤਰ ਇੰਟਰਨੈਸ਼ਨਲ ਰਿਲੇਸ਼ਨ ਜਿਹੜੇ ਆ ਉਹ ਇੱਕ ਇੰਝ ਸਮਝ ਲਓ ਕਿ ਸੀਤ ਯੁੱਧ ਹੁੰਦਾ। ਉਹ ਦਿਖਦਾ ਨਹੀਂ ਹੈ ਪਰ ਉਹ ਯੁੱਧ ਹੁੰਦਾ। ਉਹਦੇ ਉਸ ਯੁੱਧ ਵਿੱਚ ਹਰ ਇੱਕ ਦੇਸ਼ ਨੇ ਆਪਣਾ ਆਪਣਾ ਬਚਾਅ ਕਰਨਾ ਹੁੰਦਾ। ਸਾਨੂੰ ਆਪਣੇ ਤੌਰ ਤੇ ਬਹੁਤ ਸੋਚਣ ਦੀ ਤੇ ਰਿਵਿਊ ਕਰਨ ਦੀ ਲੋੜ ਹੈ ਕਿ ਜਿਹੜੇ ਕੱਲ ਤੱਕ ਸਾਡੇ ਨਾਲ ਇੰਨੀਆਂ ਬੋਮ ਹਮ ਜਿਹਨੂੰ ਕਹਿੰਦੇ ਆ, ਸਾਡੀਆਂ ਜੱਫੀਆਂ ਪਾ ਪਾ ਕੇ ਹੱਥ ਮਿਲਾਉਂਦੇ ਸੀ, ਅੱਜ ਉਹਨਾਂ ਨੂੰ ਅਚਾਨਕ ਹਿਰਦੇ ਪਰਿਵਰਤਨ ਕਿਵੇਂ ਹੋ ਗਿਆ। ਸਾਡੇ ਲਈ, ਪੰਜਾਬ ਲਈ, ਮੈਂ ਲਾਸਟ ਗੱਲ ਜ਼ਰੂਰੀ ਕਹਿਣੀ ਚਾਹੁੰਦਾ, ਇਹ ਬਹੁਤ ਦੁਖਦਾਈ ਹੈ ਸਾਰਾ ਮਾਹੌਲ। ਇੱਥੋਂ ਲੱਖਾਂ ਬੱਚੇ ਪੈਸੇ ਦੇ ਚੁੱਕੇ ਆ ਉਹਨਾਂ ਯੂਨੀਵਰਸਿਟੀਆਂ ਨੂੰ, ਕਿਹੜੀਆਂ ਕੈਨੇਡਾ ਦੀਆਂ ਯੂਨੀਵਰਸਿਟੀਆਂ ਨੂੰ, ਔਰ ਉੱਥੇ ਉਹਨਾਂ ਨੂੰ ਡਰ ਪੈਦਾ ਹੋਇਆ ਕਿ ਸਾਡੇ ਪੈਸੇ ਵੀ ਚਲੇ ਗਏ ਆ, ਵੀਜ਼ੇ ਵੀ ਮਿਲੇ ਹੋਏ ਆ, ਅਸੀਂ ਜਾਣਾ ਵੀ ਹੈਗਾ, ਬੈਂਡ ਵੀ ਕਲੀਅਰ ਕੀਤੇ ਆ, ਤੇ ਜਾ ਕੇ ਕਿਸੇ ਨੇ ਦਸੰਬਰ 'ਚ ਜਾਣਾ, ਕਿਸੇ ਨੇ ਜਨਵਰੀ 'ਚ ਸੈਸ਼ਨ ਸ਼ੁਰੂ ਕਰਨੇ ਆ। ਉਹਨਾਂ ਨੂੰ ਚਿੰਤਾ ਹੋਈ ਹੋਈ ਹੈ ਕਿ ਯਾਰ ਇਹ ਪੰਗੇ ਦੇ ਵਿੱਚ ਕਿਤੇ ਸਾਡਾ ਤਾਂ ਨਹੀਂ ਨੁਕਸਾਨ ਹੋ ਜੂ। ਤੁਹਾਨੂੰ ਪਤਾ 60% ਉੱਥੇ ਜਿਹੜੇ ਸਟੂਡੈਂਟ ਜਾਂਦੇ ਆ ਉਹ ਪੰਜਾਬੀ ਜਾਂਦੇ ਆ। ਕੱਲ ਹੀ ਖਬਰ ਆਈ ਹੈ ਤੇ 68,000 ਕਰੋੜ ਰੁਪਈਆ ਪਿਛਲੇ ਸਾਲ ਉਹ ਨਾਲ ਲੈ ਕੇ ਗਏ ਆ ਕੈਨੇਡਾ। ਇਹ ਕਿੰਨਾ ਕੁ ਅਵਾਰਾ ਆਰਥਿਕ ਤੌਰ ਤੇ ਕੈਨੇਡਾ ਨੂੰ ਖਾਊਗਾ, ਕਿੰਨਾ ਕੁ ਸੂਤਰ ਆਊਗਾ ਉਹਦੇ ਲਈ, ਔਰ ਕਿੰਨਾ ਕੁ ਇਹ ਸਾਡੇ ਜਿਹੜੇ ਨੌਜਵਾਨ ਆ ਜਾਂ ਸਾਡੇ ਜਿਹੜੇ ਪੰਜਾਬੀ ਆ, ਸਾਰੇ ਕਹੂੰ ਸਿੱਖ ਹਿੰਦੂ ਜਿੰਨੇ ਵੀ ਹੈ, ਉਹਨਾਂ ਲਈ ਇਹ ਕਿੰਨਾ ਕੁ ਮਹਿੰਗਾ ਪਊਗਾ। ਇਹ ਬੜੀ ਚਿੰਤਾ ਦੀ ਗੱਲ ਹੈ। ਇਸ ਲਈ ਅਸੀਂ ਤੇ ਚਾਹੁੰਦੇ ਹਾਂ ਕਿ ਇਸ ਨੂੰ ਹੋਰ ਤਿੱਖਾ ਤੇ ਤੇਜ਼ ਕਰਨ ਦੀ ਜਗ੍ਹਾ ਇਸ ਨੂੰ ਡਿਪਲੋਮੈਟਿਕ ਲੈਵਲ ਤੇ ਹੱਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ। ਪੈਸੇ ਦੀ ਤੁਸੀਂ ਗੱਲ ਕਰਦੇ ਪਏ ਹੋ ਤੇ G20 ਦੇ ਉੱਤੇ ਕਿਹਾ ਜਾਂਦਾ ਹੈ ਕਿ 4000 ਕਰੋੜ ਦੇ ਕਰੀਬ ਖਰਚ ਹੋਇਆ। ਸੋ ਇੰਨਾ ਪੈਸਾ ਖਰਚ ਕਰਕੇ, ਟੈਕਸ ਮਨੀ ਇੰਨੀ ਖਰਚ ਕਰਨ ਤੋਂ ਬਾਅਦ ਰਿਜ਼ਲਟ ਕੀ ਆ ਰਿਹਾ, ਨਤੀਜਾ ਕੀ ਆ ਰਿਹਾ। ਖੈਰ, ਦਿਲ ਨਹੀਂ ਛੱਡਣਾ ਚਾਹੀਦਾ, ਨਾ ਉਮੀਦ ਨਹੀਂ ਹੋਣਾ ਚਾਹੀਦਾ, ਉਮੀਦ ਰੱਖਣੀ ਚਾਹੀਦੀ ਹੈ। ਇੱਦਾਂ ਦੇ ਪ੍ਰੈਸ਼ਰਸ ਪੈਂਦੇ ਰਹਿੰਦੇ ਨੇ ਔਰ ਇਹਦੇ ਨਾਲ ਨਜਿੱਠਣਾ ਸਾਡਾ ਕੰਮ ਹੈ, ਕਿਉਂਕਿ ਇਤਿਹਾਸ ਸਾਡਾ ਵੀ ਇਹ ਰਿਹਾ ਕਿ ਅਸੀਂ ਨਜਿੱਠਦੇ ਰਹੇ ਹਾਂ ਇੱਦਾਂ ਦੀਆਂ ਸਮੱਸਿਆਵਾਂ ਨਾਲ ਔਰ ਉਹਨਾਂ ਨੂੰ ਹੱਲ ਵੀ ਕਰਦੇ ਰਹੇ ਹਾਂ। ਔਰ ਇਸ ਵਕਤ ਸਾਡੇ ਫੋਰਨ ਮਿਨਿਸਟਰ ਐਸ ਜੈਸ਼ੰਕਰ ਅਮਰੀਕਾ ਦੀ ਫੇਰੀ ਤੇ ਨੇ 10 ਦਿਨਾਂ ਦੀ ਕਰੀਬ, ਤੇ UN ਦੀ ਮਹਾਸਭਾ ਦੇ ਵਿੱਚ ਵੀ ਇਹ ਗੱਲ ਸਾਹਮਣੇ ਆ ਰਹੀ ਹੈ ਔਰ ਉੱਥੇ ਵੀ ਚਰਚਾ ਛਿੜੀ ਹੋਈ ਹੈ ਕਿ ਇਸ ਮੁੱਦੇ ਦੇ ਉੱਤੇ ਜਦੋਂ ਗਵਰਨਮੈਂਟ ਆਫ ਇੰਡੀਆ ਪਿਛਲੇ 30 ਸਾਲਾਂ ਤੋਂ ਕੈਨੇਡਾ ਦੀ ਗਵਰਨਮੈਂਟ ਨੂੰ ਇਹ ਕਹਿ ਰਹੀ ਆ ਔਰ ਜਾਣਕਾਰੀ ਦੇ ਰਹੀ ਹੈ, ਤੇ ਉਹ ਕੈਨੇਡਾ ਦੀ ਗਵਰਨਮੈਂਟ ਸਟੈਪ ਕਿਉਂ ਨਹੀਂ ਲੈਂਦੀ ਪਈ। ਔਰ ਅਮਰੀਕਾ ਇਹਨੂੰ ਜਾਣਦਾ ਕਿ ਕੈਨੇਡਾ ਸਾਡਾ ਗੁਆਂਢੀ ਹੈ ਔਰ ਸਾਡੇ ਗੁਆਂਢੀਆਂ ਦੇ ਕੋਲ ਕਿਹੜੇ ਟਾਈਪ ਦੇ ਬੰਦੇ ਬੈਠੇ ਨੇ ਜੋ ਭਾਰਤ ਤੋਂ ਛੁਪ ਕੇ ਆਏ ਨੇ, ਪੋਲੀਟੀਕਲ ਅਸਾਈਲਮ ਲਿੱਤਾ ਹੋਇਆ ਹੈ ਔਰ ਗਾਹੇ ਬਗਾਹੇ ਗੜਬੜਾਂ ਕਰਦੇ ਰਹਿੰਦੇ ਨੇ ਔਰ ਬਿਆਨਬਾਜ਼ੀਆਂ ਵੀ ਕਰਦੇ ਰਹਿੰਦੇ ਨੇ। ਸੋ ਕੈਨੇਡੀਅਨ ਗਵਰਨਮੈਂਟ ਨੇ ਕਿਉਂ ਨਹੀਂ ਹਜੇ ਤੱਕ ਐਕਸ਼ਨ ਲਿੱਤਾ, ਔਰ ਕੁਝ ਇੱਕ ਬੰਦੇ ਮੰਗੇ ਵੀ ਭਾਰਤ ਸਰਕਾਰ ਨੇ, ਉਹ ਬੰਦੇ ਵੀ ਹਜੇ ਤੱਕ ਨਹੀਂ ਦਿੱਤੇ। ਫਿਰ ਪੋਲੀਟੀਕਲ ਸਟੇਸ ਮਿਲਦੀਆਂ ਨੇ। ਕੈਨੇਡੀਅਨ ਗਵਰਨਮੈਂਟ ਦਾ ਇਹਦੇ ਵਿੱਚ ਕੀ ਰੁਖ ਹੈ ਮਨਜੀਤ ਜੀ? ਬਿਲਕੁਲ, ਮੈਂ ਕਹਿੰਦਾ ਇੱਥੇ ਇੰਡੀਆ ਗਵਰਨਮੈਂਟ ਬਿਲਕੁਲ ਸਹੀ ਹੈ, ਔਰ ਉਹਨਾਂ ਨੇ ਜੇ ਇਹੋ ਜਿਹਾ ਕੋਈ ਐਕਸ਼ਨ ਕੀਤਾ ਵੀ ਹੋਵੇ, ਮਤਲਬ ਕੋਈ ਕਹੂਗਾ ਤਾਂ ਨਹੀਂ ਵੀ ਕੀਤਾ ਹੈ, ਜੇ ਕੀਤਾ ਵੀ ਹੋਵੇ ਤੇ ਉਹਨਾਂ ਦਾ ਤੁਹਾਨੂੰ ਮੋਰਲ ਪੱਧਰ ਤੇ ਜਸਟੀਫਾਈਡ ਲੱਗਦਾ, ਕਾਨੂੰਨਨ ਪੱਧਰ ਤੇ ਭਾਵੇਂ ਨਾ ਵੀ ਹੋਵੇ। ਕਿਉਂ?
ਕਿ ਕੁਝ ਬੰਦੇ ਤੁਹਾਡੀਆਂ ਅੰਬੈਸੀਆਂ ਤੇ ਹਮਲਾ ਕਰ ਰਹੇ ਆ। ਸੈਨ ਫਰਾਂਸਿਸਕੋ ਵਾਲੀ ਇੰਡੀਅਨ ਅੰਬੈਸੀ ਤੇ ਹਮਲਾ ਕੀਤਾ, ਉਹ 10 ਬੰਦਿਆਂ ਦੀ ਲਿਸਟ ਤੇ ਚਿਹਰੇ ਤੇ ਸਾਰੇ ਐਡਰੈਸ ਉੱਤੇ ਪਹੁੰਚਾਤੇ ਕਿ ਇਹਨਾਂ ਨੂੰ ਵਾਪਸ ਭੇਜੋ, ਇਹਨਾਂ ਨੂੰ ਗ੍ਰਿਫਤਾਰ ਕਰੋ। ਕੋਈ ਐਕਸ਼ਨ ਨਹੀਂ ਹੁੰਦਾ, ਕਿਉਂਕਿ ਜੀ ਸਾਡੀ ਡੈਮੋਕ੍ਰੇਸੀ ਤੇ ਬਹੁਤ ਉੱਚੀ ਤੇ ਸੁੱਚੀ ਹੈ। ਇਸ ਕਰਕੇ ਅਸੀਂ ਤੇ ਲੋਕਾਂ ਨੂੰ ਫਰੀडम ਆਫ ਸਪੀਚ, ਜੋ ਮਰਜ਼ੀ ਆਪ ਉਦਰਾਸ਼ਾਹੀ ਕਰਦੇ ਫਿਰ ਦੂਜੇ ਦੇਸ਼ਾਂ ਦੇ ਵਿਰੁੱਧ, ਉਹ ਅਸੀਂ ਅਲਾਉ ਕਰਦੇ ਹਾਂ, ਕਿਉਂਕਿ ਤੁਹਾਨੂੰ ਕੋਈ ਉਹਦੇ 'ਚ ਦਿੱਕਤ ਨਹੀਂ ਆਉਂਦੀ। ਕਿਉਂ ਜਿਹੜੇ ਦੇਸ਼ ਨੂੰ ਆਉਂਦੀ ਹੈ, ਜਿਹੜੇ ਦੇਸ਼ ਦੇ ਝੰਡੇ ਦੀ ਬੇਹੁਰਮਤੀ ਹੁੰਦੀ ਹੈ, ਉਹ ਕਿਉਂ ਨਹੀਂ ਇਸ ਗੱਲ ਦੇ ਉੱਤੇ ਆਪਣਾ ਪ੍ਰੋਟੈਸਟ ਕਰਨਗੇ, ਕਿਉਂ ਨਹੀਂ ਇਸ ਗੱਲ ਨੂੰ ਸੀਰੀਅਸਲੀ ਲੈਣਗੇ। ਇਹ ਕੈਨੇਡਾ ਦੇ ਬਾਰੇ 43 ਬੰਦਿਆਂ ਦੀ ਲਿਸਟ ਉਹਨਾਂ ਨੇ ਭੇਜੀ ਹੈ, ਉਹਦੇ ਵਿੱਚ ਕਿੰਨੇ ਕਿਸਮ ਦੇ ਗੈਂਗਸਟਰ ਹੈਗੇ ਆ। ਇੱਥੇ ਸਿੱਧੂ ਮੂਸੇਵਾਲੇ ਨੂੰ ਮਾਰਨ ਦੀਆਂ ਧਮਕੀਆਂ ਉੱਥੋਂ ਆਉਂਦੀਆਂ, ਔਰ ਉੱਥੇ ਉਹ ਆਪ ਕਲੇਮ ਕਰਦੇ ਆ ਉੱਥੇ ਆਰਾਮ ਨਾਲ ਆਪਣਾ ਜੀਵਨ ਜੀ ਰਹੇ ਆ। ਉਹਦੇ 'ਚ ਗੈਂਗਸਟਰ ਵੀ ਹੈਗੇ ਆ, ਉਹਦੇ ਕੁਝ ਆਤੰਕੀ ਵੀ ਹੈਗੇ, ਜਿਹਦੀ ਲਿਸਟ ਸਾਰੀ ਕਿਸਮ ਦੀ ਆਈ ਆ। ਕੁਛ ਇਸ ਕਿਸਮ ਦੇ ਸਿੱਖ ਖਾੜਕੂ ਜਿਹੜੇ ਕਹਿੰਦੇ ਆ ਕਿ ਅਸੀਂ ਹੁਣ ਖਾਲਿਸਤਾਨ ਇੱਥੇ ਹੀ ਗੌਰਮੈਂਟ ਇਨ ਐਗਜ਼ਾਈਲ ਬਣਾ ਕੇ ਹਟਣਾ, ਭਾਵੇਂ ਬੰਦੇ ਉੱਥੇ ਉਹਨਾਂ ਦੇ 1% ਵੀ ਨਾਲ ਨਾ ਹੋਣ, ਪਰ ਇਸ ਕਿਸਮ ਦਾ ਉਹ ਵੀ ਮਾਹੌਲ ਉੱਥੇ ਪੈਦਾ ਕਰਕੇ ਰੱਖਦੇ। ਉਹਦੇ 'ਚ ਨੈਟ ਰਿਜ਼ਲਟ ਇਹ ਨਿਕਲ ਰਿਹਾ ਕਿ ਸਿੱਖੀ, ਜੋ ਉਹਨਾਂ ਦਾ ਇਤਿਹਾਸ, ਜੋ ਉਹਨਾਂ ਦੇ ਸੰਸਕਾਰ, ਜੋ ਉਹਨਾਂ ਦੀ ਮਾਨਵਤਾ ਨੂੰ ਕੰਟਰੀਬਿਊਸ਼ਨ ਆ, ਉਹਦੇ ਤੇ ਸਵਾਲੀਆ ਚਿੰਨ੍ਹ ਖੜਾ ਕਰ ਰਹੇ ਆ। ਬਾਹਰ ਦੇ ਬੰਦੇ ਨਹੀਂ, ਉਹ ਪੰਨੂ ਵਰਗੇ ਬੰਦੇ, ਗੁਰਪਤਵੰਤ ਵਰਗੇ, ਪੰਨੂ ਵਰਗੇ, ਕਿ ਹਿੰਦੂਆਂ ਨੂੰ ਇੱਥੋਂ ਚਲੇ ਜਾਣਾ ਚਾਹੀਦਾ। ਉਹ ਹਿੰਦੂ ਸਿੱਖ ਦਾ ਮਾਮਲਾ, ਹਿੰਦੂ ਮੁਸਲਮਾਨ ਦਾ ਜਿਵੇਂ ਇੱਥੇ ਮਸਲਾ ਬੀਜੇਪੀ ਦੇ ਕੁਝ ਸਪੋਰਟਰਾਂ ਵੱਲੋਂ ਬਣਾ ਕੇ ਰੱਖਿਆ ਜਾਂਦਾ, ਉਹਨੇ ਉੱਥੇ ਉਹੋ ਜਿਹਾ ਮਸਲਾ ਬਣਾਤਾ। ਇਹ ਸਾਰੇ ਮਸਲੇ ਘੱਟੋ ਘੱਟ ਸਿੱਖੀ ਵਿਚਾਰਧਾਰਾ ਨੂੰ, ਸਿੱਖੀ ਸੰਸਕਾਰਾਂ ਨੂੰ ਤੇ ਬਿਲਕੁਲ ਹੀ ਸੂਟ ਨਹੀਂ ਕਰਦੇ। ਇਹ ਸਾਡੇ ਇਮੇਜ ਨੂੰ ਡਾਊਨ ਕਰਨ ਲਈ, ਕਿ ਜਿਵੇਂ ਕਿ ਅਸੀਂ ਸਾਰੇ ਆਤੰਕੀਆਂ, ਹਰ ਕੋਈ ਸਿੱਖ ਪਗੜੀ ਵਾਲਾ ਜਿਵੇਂ ਖੂੰਖਾਰ ਹੋਵੇ, ਔਰ ਉਹਦੇ 'ਚ ਕਿਸੇ ਲਈ ਵੀ ਹਿਰਦੇ ਵਿੱਚ ਦਰਦ ਨਾ ਹੋਵੇ, ਜਾਂ ਉਹ ਮਾਨਵਵਾਦੀ ਨਾ ਹੋਵੇ, ਇਨਸਾਫ ਪਸੰਦ ਨਾ ਹੋਵੇ, ਫਿਰਕੂ ਹੋਵੇ। ਇਹ ਗੱਲਾਂ ਕਿਹੋ ਜਿਹੀਆਂ ਸਾਨੂੰ ਬਹੁਤ ਦਰਦ ਦਿੰਦੀਆਂ, ਦੁੱਖ ਕਰਦੀਆਂ, ਕਿਉਂਕਿ ਅਸੀਂ ਉਹਦੇ ਨਾ ਚਾਹੁੰਦੇ ਹੋਏ ਵੀ ਭਾਗੀਦਾਰ ਬਣ ਜਾਂਦੇ। ਲੋਕ ਇਹ ਥੋੜੀ ਸੋਚਣਗੇ ਕਿ ਸੰਜੀਵ ਜਸ ਖੰਨਾ ਆ ਜਾਂ ਇਹ ਮਨਜੀਤ ਸਿੰਘ ਆ, ਇਹ ਤੇ ਹੋਰ ਤਰ੍ਹਾਂ ਗੱਲਾਂ ਕਰਦੇ, ਉਹ ਕਹਿਣਗੇ ਆਹ ਤੁਰਿਆ ਆਉਂਦਾ ਆਤੰਕੀ। ਇਹ ਗੱਲਾਂ ਬੰਦ ਹੋਣੀਆਂ ਚਾਹੀਦੀਆਂ ਉਹਨਾਂ ਦੀ ਧਰਤੀ ਦੇ ਉੱਤੋਂ, ਔਰ ਜੋ ਵਾਜਬ ਗੱਲਾਂ ਆ, ਜੋ ਸੱਚੀ ਮੁੱਚੀ ਮਾਨਵਵਾਦੀ ਗੱਲਾਂ, ਉਹਦੇ ਲਈ ਭਾਵੇਂ ਢੋਲ ਵਜਾ ਕੇ ਕਰਨ, ਅਸੀਂ ਵੀ ਉੱਥੇ ਸ਼ਾਮਲ ਹੋਣ ਲਈ ਆ ਜਾਾਂਗੇ। ਸਾਨੂੰ ਵੀ ਨਿਯੋਤਾ ਦੇਣਗੇ ਤੇ ਅਸੀਂ 4 ਬੰਦੇ ਨਾਲ ਲੈ ਕੇ ਵੀ ਜਿੱਥੇ ਵੀ ਪਹੁੰਚਾਉਣ ਸਾਨੂੰ ਸੱਦਣਗੇ, ਅਸੀਂ ਆਵਾਂਗੇ। ਪਰ ਜੇ ਕੋਈ ਸਾਡੇ ਦੇਸ਼ ਦੇ ਵਿਰੁੱਧ ਇਹੋ ਜਿਹੀਆਂ ਸੈਂਚੁਰੀ ਬਣਾ ਦੋਗੇ ਇਹੋ ਜਿਹੇ ਬੰਦਿਆਂ ਦੀ, ਜਿਹੜੇ ਕਿ ਮੈਂ ਕਹੂੰਗਾ ਕਿ ਸਮਾਜਿਕ ਤੌਰ ਤੇ ਬੜੇ ਐਂਟੀ ਸੋਸ਼ਲ ਐਲੀਮੈਂਟ ਜਿਨ੍ਹਾਂ ਨੂੰ ਕਹਿ ਦਿੰਦੇ ਆ ਕਈ ਵਾਰੀ, ਇੱਕ ਹਿੱਸਾ ਤੇ ਉਹਨਾਂ ਚੋਂ ਹੈ ਹੀ ਹੈ ਜਿਹੜੇ ਗੈਂਗਸਟਰ ਸਿੱਧੇ ਤੌਰ ਤੇ ਹੈ, ਜਿਨ੍ਹਾਂ ਦਾ ਕਾਰੋਬਾਰ ਮਾਰਨਾ, ਫਰੌਤੀਆਂ ਲੈਣਾ, ਕੁੱਟਣਾ, ਮਾਰਨਾ, ਇਹ ਕੁਝ ਕਰਨਾ। ਉਸ ਕਿਸਮ ਦੇ ਬੰਦਿਆਂ ਦਾ ਤੇ ਮੈਨੂੰ ਲੱਗਦਾ ਡੈਮੋਕ੍ਰੇਸੀ ਦੇ ਨਾਂ ਦੇ ਉੱਤੇ, ਲਿਬਰਲਿਜ਼ਮ ਦੇ ਨਾਂ ਦੇ ਉੱਤੇ ਉਹਨਾਂ ਨੂੰ ਸ਼ਹਿ ਦੇਈ ਜਾਣਾ, ਉਹਨਾਂ ਨੂੰ ਖੁੱਲ੍ਹ ਦੇਈ ਜਾਣੀ, ਪਨਾਹ ਦੇਈ ਜਾਣੀ, ਇਹ ਠੀਕ ਗੱਲ ਅਸੀਂ ਨਹੀਂ ਸਮਝਦੇ ਜੀ। ਔਰ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਹੁਣ ਜੋ ਕੈਨੇਡਾ ਦੇ ਅੰਦਰ ਵੀ ਮਾਹੌਲ ਬਣਦਾ ਪਿਆ ਹੈ, ਕਿਉਂਕਿ ਮਨਜੀਤ ਜੀ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਔਰ ਸੋਸ਼ਲ ਮੀਡੀਆ ਦਾ ਬਿਲਕੁਲ ਅੱਗ ਵਕਣ ਫੈਲਦਾ ਹੈ। ਕੋਈ ਇੱਕ ਵੀਡੀਓ ਹੋਵੇ ਤੇ ਵੀਡੀਓ ਇੱਦਾਂ ਵਾਇਰਲ ਹੁੰਦੀ ਹੈ, ਔਰ ਕੈਨੇਡਾ ਦੀ ਧਰਤੀ ਤੋਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ, ਜਿਹਦੇ ਵਿੱਚ ਕਹਿੰਦੇ ਨੇ, ਜਿੱਦਾਂ ਪੰਜਾਬੀ 'ਚ ਕਹਾਵਤ ਹੈ ਕਿ ਆਟੇ ਦੇ ਵਿੱਚ ਘੁਣ ਵੀ ਪੀਸੇ ਜਾਂਦੇ ਨੇ, ਉਸੇ ਤਰ੍ਹਾਂ ਹੀ ਕੈਨੇਡਾ ਨੂੰ ਛੱਡਣ ਬਾਰੇ ਗੱਲਾਂ ਕਹੀਆਂ ਜਾ ਰਹੀਆਂ ਨੇ, ਤੇ ਨਾਲ ਗੱਲਾਂ ਕਹੀਆਂ ਜਾ ਰਹੀਆਂ ਨੇ ਕਿ ਜਿਹੜਾ ਕੈਨੇਡੀਅਨ ਭਾਈਚਾਰਾ ਹੈ ਉਹ ਆਪਸ 'ਚ ਮਿਲਵਰਤਨ ਰੱਖੇ, ਆਪਸ ਦੇ ਵਿੱਚ ਇੱਕ ਦੂਜੇ ਨੂੰ ਸੰਭਾਲ ਕੇ ਰੱਖੇ, ਤੇ ਕੁਝ ਲੋਕਾਂ ਨੂੰ ਕੈਨੇਡਾ ਦੀ ਧਰਤੀ ਛੱਡਣ ਵਾਸਤੇ ਵੀ ਕਿਹਾ ਜਾ ਰਿਹਾ ਹੈ। ਇਹ ਵੀਡੀਓ ਜਿਹੜੀਆਂ ਵਾਇਰਲ ਹੋ ਰਹੀਆਂ ਨੇ, ਇਹਨਾਂ ਦਾ ਸੱਚ ਕੀ ਹੈ ਮਨਜੀਤ ਜੀ? ਨਹੀਂ, ਸੱਚ ਦੀ ਓਪਨਲੀ ਕਿਹਾ, ਕੋਈ ਉਹਨਾਂ ਨੇ ਲੁਕ ਛੁਪ ਕੇ ਕਿਹਾ ਆ। ਗੁਰਪਤਵੰਤ ਸਿੰਘ ਪੰਨੂ ਦੀ ਮੈਂ ਆਪ ਵੀਡੀਓ ਸੁਣੀ ਆ, ਉਹ ਕਿ ਇਹਨਾਂ ਨੂੰ ਇੰਜ ਆ, ਇਹਨਾਂ ਨੂੰ ਛੱਡ ਦੇਣਾ ਚਾਹੀਦਾ। ਇਹ ਤੇ ਜਾਣ ਬੁੱਝ ਕੇ ਅਸਲ 'ਚ ਆਰਐਸਐਸ ਦੀ ਸੇਵਾ ਕਰ ਰਹੇ ਆ, ਸਿੱਖੀ ਦੀ ਸੇਵਾ ਨਹੀਂ ਕਰ ਰਹੇ। ਇੱਥੇ ਉਸ ਕਿਸਮ ਦੇ ਜਿਹੜੇ, ਸਾਰੀ ਆਰਐਸਐਸ ਇੱਕੋ ਜਿਹੀ ਨਹੀਂ ਹੋਊਗੀ, ਉਹਨਾਂ ਦੇ ਵਿੱਚ ਕੁਝ ਇਹੋ ਜਿਹੇ ਵਿੰਗ ਹੈਗੇ ਆ ਜਿਹੜੇ ਬਹੁਤ ਜ਼ਿਆਦਾ ਨਫ਼ਰਤ ਮੁਸਲਿਮ ਘੱਟ ਗਿਣਤੀ ਨੂੰ ਇੰਡੀਆ ਦੇ ਵਿੱਚ ਕਰਦੇ ਆ, ਔਰ ਉਸ ਨੂੰ ਟਾਰਗੇਟ ਵੀ ਕਰਦੇ ਆ। ਉਹਨਾਂ ਨੂੰ ਇੰਜ ਲੱਗਦਾ ਕਿ ਇਹਨਾਂ ਨੇ ਸਾਡੇ ਤੇ ਰੂਲ ਕੀਤਾ, ਸਾਡੇ ਸੱਭਿਆਚਾਰ ਨੂੰ ਹੈ, ਸਾਡੇ ਮੰਦਿਰਾਂ ਨੂੰ ਇੰਜ ਕੀਤਾ। ਹੋਇਆ ਵੀ ਹੋਊਗਾ ਜਦੋਂ ਰਾਜਨੀਤਿਕ ਸੱਤਾ ਹੋਈ ਹੋਵੇ, ਪਰ ਇੱਕ ਨਫ਼ਰਤ ਡੈਮੋਕ੍ਰੇਟਿਕ ਕੰਟਰੀ 'ਚ ਫੈਲਾਉਣੀ, ਜਿਹੜਾ ਇੰਨਾ ਸਦੀਵੀ ਸਿਵਲਾਈਜੇਸ਼ਨ, ਜਿਹੜੀ ਇੱਕ ਦੂਜੇ ਨਾਲ ਰਹਿਣ ਦੇ ਸੰਸਕਾਰ ਆ, ਉਸ ਨੂੰ ਤੋੜਨਾ, ਉਸ ਨੂੰ ਅਲੱਗ ਥਲੱਗ ਕਰਕੇ ਇੱਕ ਦੂਜੇ ਦੇ ਵਿਰੁੱਧ ਨਫ਼ਰਤ ਕਰਨੀ, ਭਾਵੇਂ ਉਹ ਗੁਰਪਤਵੰਤ ਪੰਨੂ ਛੱਡਣ ਲਈ ਕਹਿ ਰਿਹਾ, ਜਾਂ ਇੱਥੇ ਮੁਸਲਮਾਨਾਂ ਨੂੰ ਪਾਕਿਸਤਾਨ ਭੇਜਣ ਦੀਆਂ ਗੱਲਾਂ ਹੁੰਦੀਆਂ, ਇਹ ਏਜੰਡਾ ਦੋਵਾਂ ਦਾ ਇੱਕੋ ਹੀ ਹੈ। ਨਾ ਤੇ ਸੱਚੇ ਹਿੰਦੂਆਂ ਵਾਲਾ, ਉਹਨਾਂ ਹਿੰਦੂ ਕੱਟੜਪੰਥੀਆਂ ਦਾ ਏਜੰਡਾ ਹੈਗਾ, ਸੱਚੇ ਹਿੰਦੂਆਂ ਵਾਲਾ ਨਹੀਂ। ਕਿੱਥੇ ਲਿਖਿਆ ਵੇਦਾਂ ਦੇ ਵਿੱਚ, ਕਿੱਥੇ ਗੀਤਾ 'ਚ ਲਿਖਿਆ ਕਿ ਤੁਸੀਂ ਦੂਜੇ ਧਰਮਾਂ ਨੂੰ ਨਫ਼ਰਤ ਕਰੋ? ਭਾਈ ਹੈ ਇਹ ਤੁਸੀਂ
ਤੁਸੀਂ ਐਵੇਂ ਇੱਕ ਨਵੀਂ ਆਪਣੀ ਇੰਟਰਪ੍ਰੀਟੇਸ਼ਨ ਬਣਾ ਕੇ ਰਾਜਨੀਤਿਕ ਲਾਹਾ ਲੈਣ ਲਈ ਇਹੋ ਜਿਹੀਆਂ ਗੱਲਾਂ ਕਰਦੇ ਆ, ਆਪੋ ਆਪਣੇ ਲੱਗੇ। ਗੱਲ ਤੇ ਇੱਥੇ ਤੱਕ ਚਲੇ ਗਈ ਹੈ ਜੀ ਸੰਜੀਵ ਜਸ ਖੰਨਾ ਜੀ, ਕੱਲ ਰਵਨੀਤ ਬਿੱਟੂ ਨੇ ਬਿਆਨ ਦੇ ਦਿੱਤਾ, ਉਹ ਵੀ ਪਾਰਲੀਮੈਂਟ ਦੇ ਵਿੱਚ। ਦੇਖੋ ਤਾਂ ਕਿੰਨੇ ਅਜੇ ਜੀ ਇਹ ਬੰਦੇ ਹੈਗੇ ਤੇ 0.5% ਆ ਜਿਹੜੇ ਖਾਲਿਸਤਾਨੀ ਹੈ, ਪਰ ਇਹ ਗੁਰਦੁਆਰਿਆਂ ਚੋਂ ਪੈਸਾ ਇਕੱਠਾ ਕਰਕੇ ਟਰੂਡੋ ਨੂੰ ਦਿੰਦੇ ਆ, ਇਸ ਕਰਕੇ ਟਰੂਡੋ ਉਹਨਾਂ ਨੂੰ ਸ਼ੈਲਟਰ ਦੇ ਰਿਹਾ। ਦੱਸੋ ਕਿੰਨਾ ਕੁ ਪੈਸਾ ਇਕੱਠਾ ਕਰਕੇ ਦੇ ਦੇਣਗੇ, ਕਿੰਨੀ ਕੁ ਇਲੈਕਸ਼ਨ ਇਸ ਪੈਸੇ ਨਾਲ ਲੜ ਲੈਣਗੇ। ਫਿਰ ਤੁਸੀਂ ਇਹੋ ਜੀ ਗੱਲ ਜਦੋਂ ਏਡੀ ਜ਼ਿੰਮੇਵਾਰ ਪਲੇਟਫਾਰਮ ਤੇ ਕਰਦੇ ਆ, ਉਹਦੇ ਸਬੂਤ ਵੀ ਦਿਓ ਕੋਈ। ਸ਼ੱਕ ਦੇ ਆਧਾਰ ਤੇ ਨਹੀਂ ਨਾ ਤੁਸੀਂ ਐਲੀਗੇਸ਼ਨ, ਇਹ ਕੋਈ ਬਾਹਰ ਪੋਲੀਟੀਕਲ ਰੈਲੀ ਥੋੜੀ ਕਰ ਰਹੇ ਆ, ਤੁਸੀਂ ਇੱਕ ਬੜੀ ਸੰਜੀਦਾ ਜਗ੍ਹਾ ਤੇ ਕਰ ਰਹੇ। ਗੱਲ ਇੱਥੇ ਤੱਕ ਚਲੇ ਗਈ ਜੀ, ਇਹ ਤੇ ਜੀ ਕੈਨੇਡਾ ਤੇ ਅਮਰੀਕਾ ਦੀ ਪੱਪੇਟ ਆ, ਤੇ ਇਹਨੂੰ ਤੇ CIA ਚਲਾ ਰਹੀ ਆ। ਉਹ ਫਿਰ ਚੇਅਰ ਜਿਹੜੇ ਸੀਗੇ ਕਰ ਰਹੇ, ਉਹਨਾਂ ਨੇ ਕਿਹਾ ਨਾ 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 ਇਹੋ ਜਿਹੀਆਂ ਗੱਲਾਂ ਨਾ ਕਰੋ, ਬਸ ਕਰੋ। ਇਹ ਗੱਲਾਂ ਉਹਨਾਂ ਨੇ ਟੋਕਿਆ ਇਸ ਗੱਲ ਤੋਂ। ਪਰ ਤੁਸੀਂ ਦੇਖੋ ਗੱਲਾਂ ਨੂੰ ਅਸੀਂ ਦੋਹੇ ਧਿਰਾਂ, ਦੋਹੇ ਪਾਸੇ ਬੰਦੇ ਇਹੋ ਜਿਹੇ ਹੈਗੇ ਆ, ਉਹ ਪਾਰਟੀਆਂ ਤੋਂ ਵੀ ਉੱਪਰ ਉੱਠ ਕੇ ਜਿਹੜੇ ਇਹ ਨਫ਼ਰਤੀ ਤਿੱਖੇ ਬਿਆਨ ਦਿੰਦੇ ਆ, ਜਿਹੜੇ ਸਾਡੇ ਦੇਸ਼ ਲਈ ਤੇ ਸਮਾਜ ਲਈ ਠੀਕ ਨਹੀਂ ਹੈਗੇ। ਇਹ ਗੱਲਾਂ ਦੋਵੇਂ ਧਿਰਾਂ ਦੇ, ਦੋਵੇਂ ਦੇਸ਼ਾਂ ਦੇ ਵਿੱਚ ਹੀ ਜਿਹੜੀਆਂ ਧਿਰਾਂ ਬੈਠੀਆਂ, ਉਹਨਾਂ ਤੇ ਰੋਕ ਲੱਗਣੀ ਚਾਹੀਦੀ। ਬਿਲਕੁਲ ਜੀ, ਕਿਉਂਕਿ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ, ਭਾਰਤ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ, ਔਰ ਹਮੇਸ਼ਾ ਅਸੀਂ ਸਰਬੱਤ ਦੇ ਭਲੇ ਦੀ ਕਾਮਨਾ ਕਰਦੇ ਹਾਂ। ਔਰ ਉਸੇ ਆਧਾਰ ਦੇ ਉੱਤੇ ਅਸੀਂ ਕਿਹਾ G20 ਦੇ ਵਿੱਚ ਵੀ ਕਿ ਵਨ ਅਰਥ, ਵਨ ਫੈਮਿਲੀ, ਵਨ ਫਿਊਚਰ, ਕਿ ਸਾਰੀ ਦੁਨੀਆ ਇੱਕੋ ਹੀ ਪਰਿਵਾਰ ਹੈ ਤੇ ਇੱਕ ਦੂਜੇ ਦਾ ਭਲਾ ਅਸੀਂ ਮੰਗਦੇ ਹਾਂ। ਸੋ ਇਹਦੇ ਵਿੱਚ ਇੱਕ ਖਾਸ ਗੱਲ ਆਉਂਦੀ ਆ ਕਿ ਜੋ ਕੈਨੇਡਾ ਦੇ ਐਕਸ ਡਿਫੈਂਸ ਮਿਨਿਸਟਰ ਹਰਜੀਤ ਸਿੰਘ ਸੱਜਣ, ਉਹਨਾਂ ਨੇ ਇਹ ਗੱਲ ਕੀਤੀ ਕਿ ਮੀਡੀਆ ਵਿੱਚ ਇਹ ਜਾਣਕਾਰੀ ਰਿਲੀਜ਼ ਨਾ ਹੋ ਜਾਏ, ਲੀਕ ਨਾ ਹੋ ਜਾਏ। ਇਸ ਤੋਂ ਪਹਿਲਾਂ ਹੀ ਜਸਟਿਨ ਟਰੂਡੋ ਸਾਹਿਬ ਨੇ ਆਪਣੀ ਸੰਸਦ ਦੇ ਵਿੱਚ ਇਸ ਤਰ੍ਹਾਂ ਦਾ ਬਿਆਨ ਦੇ ਦਿੱਤਾ। ਇਹਦੇ ਵਿੱਚ ਹਰਜੀਤ ਸਿੰਘ ਸੱਜਣ ਹੋਰਾਂ ਦਾ ਕਿਸ ਤਰ੍ਹਾਂ ਦਾ ਕ੍ਰੀਏਟਿਵ ਰੋਲ ਹੈ? ਨਹੀਂ ਦੇਖੋ, ਇਹ ਹੋ ਸਕਦਾ ਕਿ ਉਹਨਾਂ ਨੇ ਆਪਣੀ ਪਾਰਟੀ ਨੂੰ, ਆਪਣੇ ਲੀਡਰ ਨੂੰ ਡਿਫੈਂਡ ਕਰਨ ਲਈ ਇੱਕ ਬਹਾਨਾ ਵੀ ਬਣਾਇਆ ਹੋਵੇ, ਪਰ ਆਪਾਂ ਨੂੰ ਇਹੋ ਜਿਹੇ ਮਾਹੌਲ ਦੇ ਵਿੱਚ ਇਸ ਗੱਲ ਨੂੰ ਮੰਨ ਲੈਣਾ ਚਾਹੀਦਾ। ਪਹਿਲੀ ਗੱਲ ਤੇ ਹੈ ਕਿ ਇਹ ਦੱਸਣਾ ਚਾਹੀਦਾ ਵੀ ਉਹ ਲੀਕ ਕਿਵੇਂ ਹੋਈ, ਵੀ ਕਿਹਨੇ ਲੀਕ ਕੀਤੀ ਮੀਡੀਆ ਦੇ ਵਿੱਚ, ਜਿਹੜਾ ਕਿ ਉਹ ਇਸ ਗੱਲ ਨੂੰ ਅੱਗੇ ਲਿਆਉਣ ਲਈ ਫਿਰਦੇ ਸੀਗੇ। ਇਹ ਤੇ ਇੱਕ ਗੱਲ ਆ ਨਾ। ਚਲੋ ਮੰਨ ਲਓ ਕਿ ਕਿਸੇ ਦੀ ਵੀ ਗਲਤੀ ਨਾਲ ਇਹੋ ਜਿਹੀ ਲੀਕ ਹੋਣ ਨੂੰ ਫਿਰਦੀ ਸੀ, ਜਿਹਦੇ ਨਾਲ ਸਮਾਜ ਦੇ ਅੰਦਰ ਕੋਈ ਬੇਵਿਸ਼ਵਾਸੀ ਜਾਂ ਅਫਰਾ ਤਫਰੀ ਜਾਂ ਕੋਈ ਇਹੋ ਜਿਹੀ ਸਨਸਨੀ ਨਾ ਫੈਲ ਜੇ, ਇਦੋਂ ਪਹਿਲਾਂ ਕਿ ਕੋਈ ਮੀਡੀਆ ਉਹਨੂੰ ਮਸਾਲਾ ਲਾ ਕੇ ਚੱਲੇ, ਜੋ ਸੱਜਣ ਸਾਹਿਬ ਨੇ ਕਿਹਾ। ਤੇ ਉਹਨਾਂ ਨੇ ਕਿਹਾ ਕਿ ਦੇਖੋ, ਉਹ ਹੁਣ ਵੀ ਮਿਨਿਸਟਰ ਹੈਗੇ ਆ ਉਹਨਾਂ ਦੀ ਸਰਕਾਰ ਦੇ ਵਿੱਚ, ਪਹਿਲਾਂ ਡਿਫੈਂਸ ਮਿਨਿਸਟਰ ਸੀਗੇ। ਉਹ ਕਹਿੰਦੇ ਕਿ ਅਸੀਂ ਫਿਰ ਉਸ ਨੂੰ ਇਹੋ ਹੀ ਸਮਝਿਆ ਕਿ ਇਸ ਨੂੰ ਓਪਨਲੀ ਇਹ ਗੱਲ ਪਾਰਲੀਮੈਂਟ 'ਚ ਕਰ ਲਈ ਜਾਏ, ਕੈਨੇਡੀਅਨ ਪਾਰਲੀਮੈਂਟ 'ਚ ਕਰ ਲਈ ਜਾਏ। ਮੇਰਾ ਖਿਆਲ ਹੈ ਕਿ ਚਲੋ ਜੋ ਵੀ ਉਹ ਐਕਸਪਲੇਨ ਕਰਦੇ, ਸਾਨੂੰ ਇਸ ਗੱਲ ਨੂੰ ਮੰਨ ਲੈਣਾ ਚਾਹੀਦਾ, ਕਿਉਂਕਿ ਸਾਡੇ ਹਿੱਤ ਵਿੱਚ ਮੰਨਣਾ ਔਰ ਟੈਂਪਰੇਚਰ ਨੂੰ, ਜਿਹੜਾ ਤਾਪਮਾਨ ਰਾਜਨੀਤਿਕ ਇੱਕ ਦੂਜੇ ਨਾਲ ਖਹਿਬਾਜ਼ੀ ਦਾ ਬਹੁਤ ਚੜ੍ਹ ਗਿਆ, ਉਹਨੂੰ ਥੱਲੇ ਕਰਨਾ ਹੀ ਸਾਨੂੰ ਸੂਟ ਕਰਦਾ। ਤੇ ਆਪਾਂ ਨੂੰ ਇਸ ਗੱਲ ਨੂੰ ਮੰਨ ਲੈਣਾ ਚਾਹੀਦਾ ਆ ਕਿ ਇਹ ਗੱਲ ਦਾ ਤੇ ਜਵਾਬ ਉਹਨਾਂ ਨੂੰ ਆ ਜਾਂਦਾ ਕਿ ਇਹਨਾਂ ਨੇ ਸਾਡੀ ਜਿਹੜੀ ਇੱਕ ਪਾਰਲੀਮੈਂਟ 'ਚ ਜਾ ਕੇ ਸਾਡੇ ਦੇਸ਼ ਦੇ ਉੱਤੇ ਇਹੋ ਜਿਹੇ ਕਿੰਤੂ ਪਰੰਤੂ ਕੀਤੇ ਆ, ਇਹੋ ਜਿਹੀਆਂ ਸ਼ੱਕ ਸੁਭਾ ਖੜੇ ਕੀਤੇ ਆ, ਜਿਹਨੂੰ ਕਿ ਸਾਡੀ ਸਰਕਾਰ ਨੇ ਆਊਟਰਾਈਟਲੀ ਨਿੰਦਿਆ ਵੀ ਹੈ ਤੇ ਔਰ ਉਹਨੂੰ ਬੇਸਲੈਸ ਕਿਹਾ, ਉਹਨੂੰ ਕਿਹਾ ਕਿ ਇਹਦੇ 'ਚ ਕੋਈ ਕਿਸੇ ਕਿਸਮ ਦੀ ਸੱਚਾਈ ਨਹੀਂ ਹੈ, ਉਹਨੂੰ ਰਿਜੈਕਟ ਕੀਤਾ ਹੈ। ਪਰ ਚਲੋ ਇਸ ਗੱਲ ਦਾ ਆਪਾਂ ਨੂੰ ਇੰਨਾ ਕੁ ਉਹਨਾਂ ਨੂੰ ਗੁੰਜਾਇਸ਼ ਦੇ ਦੇਣੀ ਚਾਹੀਦੀ ਹੈ ਜੀ। ਤੇ ਹੁਣ ਇਹ ਸਾਰੇ ਮਸਲੇ ਦਾ ਹੱਲ ਕੀ ਹੋ ਸਕਦਾ ਹੈ ਮਨਜੀਤ ਜੀ? ਕਿਉਂਕਿ ਅਸੀਂ ਤਾਂ ਸੁਖਾਵਾਂ ਮਾਹੌਲ ਚਾਹੁੰਦੇ ਹਾਂ, ਔਰ ਜਿੱਦਾਂ ਮੈਂ ਪ੍ਰੋਗਰਾਮ ਦੇ ਸ਼ੁਰੂਆਤ ਵਿੱਚ ਵੀ ਕਿਹਾ ਸੀ ਕਿ ਇਸ ਵਕਤ ਸਾਡੇ ਭਾਰਤ ਦੇ ਵਿੱਚ ਇਲੈਕਸ਼ਨਸ ਡਿਊਜ਼ ਨੇ, ਔਰ ਅਮਰੀਕਾ ਦੇ ਵਿੱਚ ਵੀ ਡਿਊ ਨੇ। ਹੁਣ ਸਾਡੇ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਵੀ 2024 ਦੇ ਵਿੱਚ ਇਲੈਕਸ਼ਨਸ ਨੇ, ਔਰ ਹੋਰ ਵੀ ਕਈ ਥਾਵਾਂ ਤੇ 2024 ਇਲੈਕਸ਼ਨਸ ਹੋ ਰਹੀਆਂ ਨੇ। ਔਰ ਕਈ ਵਾਰ ਤੇ ਮਜ਼ਾਕ ਵਿੱਚ ਕਿਹਾ ਜਾਂਦਾ ਹੈ ਕਿ ਮੋਦੀ ਸਾਹਿਬ ਕਹਿੰਦੇ ਨੇ ਕਿ ਵਨ ਨੇਸ਼ਨ ਵਨ ਇਲੈਕਸ਼ਨ, ਇੱਥੇ ਤੇ ਵਨ ਵਰਡ ਵਨ ਇਲੈਕਸ਼ਨ ਵੱਲ ਕੰਮ ਹੋ ਤੁਰਿਆ ਹੈ। ਪਰ ਅਸੀਂ ਉਸ ਮਜ਼ਾਕ ਵੱਲ ਨਾ ਜਾ ਕੇ ਇੱਕ ਪੁਆਇੰਟ ਤੇ ਆਈਏ ਕਿ ਕੀ ਹੱਲ ਲੱਗਦਾ ਤੁਹਾਨੂੰ ਇਸ ਮਸਲੇ ਦਾ? ਕੀ ਹੱਲ ਹੋ ਸਕਦਾ ਇਸ ਮਸਲੇ ਦਾ? ਕਿਉਂਕਿ ਇਹ ਮਸਲਾ ਪੂਰੀ ਦੁਨੀਆ ਦੀ ਰਾਜਨੀਤੀ ਦੇ ਉੱਤੇ ਬਹੁਤ ਗਹਿਰਾ ਪ੍ਰਭਾਵ ਛੱਡਣ ਵਾਲਾ ਹੈ ਮਨਜੀਤ ਜੀ। ਕਈ ਵਾਰੀ ਇਸ ਤਰ੍ਹਾਂ ਹੁੰਦਾ ਆ, ਦੇਖੋ ਕਿ ਕਹਿਣਾ ਧੀ ਨੂੰ, ਸਮਝਾਉਣਾ ਨੂੰਹ ਨੂੰ। ਇਹ ਜਿਹੜਾ ਨਾ ਇਸ ਤਰੀਕੇ ਨਾਲ ਇਨਡਾਇਰੈਕਟ ਦੂਜੇ ਤਰੀਕੇ ਨਾਲ ਗੱਲਾਂ ਬਾਤਾਂ ਨੂੰ ਅੱਗੇ ਚਲਾਉਣਾ, ਜੋ ਗੱਲ ਕਹਿੰਦੇ ਆ ਅਪੇਰੈਂਟਲੀ ਦੇਸ਼, ਉਹ ਜ਼ਰੂਰੀ ਨਹੀਂ ਉਹਦਾ ਮਤਲਬ ਉਹੀ ਹੋਵੇ। ਉਹਦਾ ਮਤਲਬ ਕਈ ਵਾਰੀ ਅਗਲੇ ਨੂੰ ਥੋੜਾ ਕੱਚੇ ਲਾਉਣਾ ਵੀ ਹੁੰਦਾ, ਦੂਜੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ, ਸਰਕਾਰ ਨੂੰ। ਹੁਣ ਇਹ ਸਾਡੀ ਸਰਕਾਰ ਨੇ ਇਹੋ ਜਿਹੇ ਹਾਲਾਤਾਂ 'ਚ ਫੈਸਲਾ ਕਰਨਾ ਕਿ ਉਹਨਾਂ ਨੇ ਕਿੰਨਾ ਵਿਜ਼ਡਮ ਦੇ ਨਾਲ ਇਸ ਸਾਰੀ ਸਿਚੁਏਸ਼ਨ ਨੂੰ ਹੈਂਡਲ ਕਰਨਾ ਆ। ਇੱਕ ਤੇ ਇਸ ਗੱਲ ਤੇ ਉਹ ਆ ਹੀ ਗਏ ਆ ਕਿ ਜਿਹੜੀ ਦਿਲ ਦੇ ਵਿੱਚ ਪੀੜਾ ਹੈ, ਜਿਹੜੀ ਅਮਰੀਕਾ ਦੇ ਪੀੜਾ ਹੈ ਕਿ ਅਸੀਂ ਯੂਕਰੇਨ ਦੇ ਮੁੱਦੇ ਦੇ ਉੱਤੇ ਉਹਨਾਂ ਦੇ ਨਾਲ ਨਹੀਂ ਖੜੇ ਹੋਏ।
ਇਨਡਾਇਰੈਕਟਲੀ ਅਸੀਂ ਰਸ਼ੀਆ ਦੇ ਨਾਲ ਖੜੇ ਹਾਂ। ਹੈਗੀ ਪੋਜੀਸ਼ਨ ਸਾਡੀ ਨਿਊਟਰਲ ਆ, ਪਰ ਜਦੋਂ ਇੱਕ ਤਕੜਾ ਬੰਦਾ ਛੋਟੇ ਨੂੰ ਕੁੱਟ ਰਿਹਾ ਹੋਵੇ ਤੇ ਅਸੀਂ ਪਰਾਂ ਹੋ ਕੇ ਵੀਡੀਓ ਬਣਾਉਣ ਲੱਗ ਜਾਈਏ, ਇਹ ਕਹੀਏ ਕਿ ਅਸੀਂ ਤੇ ਨਿਊਟਰਲ ਹਾਂ, ਅਸੀਂ ਤੇ ਕੁਝ ਨਹੀਂ ਕੀਤਾ, ਅਸੀਂ ਤੇ ਸਿਰਫ ਵੀਡੀਓ ਬਣਾਈ ਹੈ, ਉਹ ਸਾਡਾ ਰੋਲ ਉਹਨੂੰ ਘਟਾਉਣ 'ਚ ਹੀ ਹੋ ਜਾਂਦਾ, ਕਿਉਂਕਿ ਅਸੀਂ ਛਡਾਇਆ ਤੇ ਨਹੀਂ ਨਾ, ਅਸੀਂ ਤੇ ਉਸੇ ਦੇ ਭਾਗੀ ਬਣ ਜਾਂਦੇ ਹਾਂ। ਸਾਡਾ ਇਹੋ ਜਿਹਾ, ਸਾਡਾ ਇਹ ਸਾਡੀ ਪੋਜੀਸ਼ਨ ਇਸ ਕਿਸਮ ਦੀ ਨਿਊਟਰਲ ਸਾਨੂੰ ਬੜੀ ਸੂਟ ਵੀ ਕੀਤੀ ਹੈ ਕਿ ਬਹੁਤ ਵੱਡੇ ਪੱਧਰ ਤੇ ਹੁਣ ਰਸ਼ੀਆ ਨੰਬਰ 1 ਹੋ ਗਿਆ ਸਾਨੂੰ ਤੇਲ ਭੇਜਣ ਵਾਲਾ। ਅਸੀਂ ਉਹਨਾਂ ਤੋਂ ਇੰਪੋਰਟ ਸਭ ਤੋਂ ਜ਼ਿਆਦਾ ਤੇਲ ਉਹਨਾਂ ਤੋਂ ਕਰ ਰਹੇ ਹਾਂ, ਸਸਤਾ ਵੀ ਲੈ ਰਹੇ ਹਾਂ, ਉਹਨੂੰ ਰਿਫਾਈਨ ਕਰਕੇ ਤੇ ਸਾਰੇ ਯੂਰਪ ਤੱਕ ਵੇਚਣ ਦੀਆਂ ਸਾਡੀਆਂ ਚੱਲ ਰਹੀਆਂ, ਸਾਰੇ ਦੇਸ਼ ਨੂੰ ਦੁਨੀਆ ਨੂੰ ਅਸੀਂ ਉਹ ਤੇਲ ਵੇਚ ਰਹੇ ਹਾਂ। ਤੇ ਸੰਜੀਵ ਜੀ ਸਾਡਾ ਤੇ ਉਹ ਸਾਨੂੰ ਇਕਨੋਮਿਕਲੀ ਫਾਈਨੈਂਸ਼ੀਅਲੀ ਬਹੁਤ ਸੂਟ ਕਰਦੀ ਪੋਜੀਸ਼ਨ ਹੈਗੀ ਹੈ। ਇਸ ਗੱਲ ਨੂੰ ਬਿੱਲੀ ਨੀਲੀ ਸਾਰਿਆਂ ਨੇ, ਯੂਰਪ ਨੇ, ਨਾਟੋ ਨੇ ਔਰ ਅਮਰੀਕਾ ਨੇ ਕਿਤਨਾ ਐਕਸੈਪਟ ਵੀ ਕੀਤਾ ਕਿ ਘੱਟੋ ਘੱਟ ਇਹ ਉਹਨਾਂ ਦੇ ਚੀਨ ਵਾਂਗੂ ਤੇ ਨਾਰਥ ਕੋਰੀਆ ਵਾਂਗੂ ਨਾਲ ਨਹੀਂ ਖੜੇ। ਪਰ ਆ ਪਿੱਛੇ ਜਿਹੜੇ 50,000 ਕਰੋੜ ਦਾ ਬਿੱਲ ਸੈਂਕਸ਼ਨ ਹੋਇਆ, ਜਾਨੀ ਬਜਟ ਸੈਂਕਸ਼ਨ ਹੋਇਆ ਡਿਫੈਂਸ ਲਈ, ਔਰ ਉਹਦੇ ਚੋਂ ਸੁਖਵਾਈ ਜਿਹੜੇ ਮਿਗ ਜਹਾਜ਼ ਹੈਗੇ ਆ ਉਹ ਆਰਡਰ ਕਰਤੇ 12, ਉਹ ਬੜੇ ਮਹਿੰਗੇ ਜਹਾਜ਼ ਹੈਗੇ ਆ, ਹੋਰ ਸਮਾਨ ਆਰਡਰ ਕਰਤਾ ਰਸ਼ੀਆ ਨੂੰ। ਔਰ ਜਦ ਅਮਰੀਕਾ ਨੂੰ ਅਸੀਂ ਜਿਹੜੇ ਆਰਡਰ ਕਰਨੇ ਸੀਗੇ ਡਰੋਨ ਵਗੈਰਾ, ਜਿਹੜੀ ਟੈਕਨੋਲੋਜੀ ਦੀ ਤੁਸੀਂ ਡਿਫੈਂਸ ਟੈਕਨੋਲੋਜੀ ਦੀ ਗੱਲ ਕਰਦੇ ਆ, ਉਹ ਮੈਂ ਦੇਖਿਆ ਕਿ 2600 ਕਰੋੜ 2700 ਕਰੋੜ ਦੀ ਬਣਦੀ ਹੈ। ਕਿੱਥੇ 45-50,000 ਕਰੋੜ ਰੁਪਈਆ, ਕਿੱਥੇ 2.5 ਕਰੋੜ, ਉਹ ਵੀ ਐਡੇ ਵੱਡੇ ਮੁਲਕ ਨੂੰ, ਐਡੇ ਤਾਕਤਵਰ ਮੁਲਕ ਨੂੰ। ਤੇ ਉਹਨਾਂ ਨੂੰ ਲੱਗਦਾ ਕਿ ਇਹ ਨਾ ਸਾਡੇ ਨਾਲ ਤੇ ਰੋਟੀ ਪਾਣੀ ਖਾ ਕੇ ਦੋਸਤੀ ਦਿਖਾਉਂਦੇ ਆ, ਉੱਪਰੋਂ ਦਿਖਾਉਂਦੇ ਆ, ਅਸਲ ਵਿੱਚ ਇਹਨਾਂ ਦੀ ਜਿਹੜੀ ਅੰਦਰੋਂ ਖਾਤੇ ਦੋਸਤੀ ਚੱਲ ਰਹੀ ਹੈ ਉਹ ਰਸ਼ੀਆ ਦੇ ਨਾਲ ਹੀ ਚੱਲ ਰਹੀ ਆ। ਉਹ ਇਹਨਾਂ ਦੀ ਪੁਰਾਣੀ ਜਿਹੜੀ ਬਹੁਤ ਪੁਰਾਣੀ ਇੰਡੀਪੈਂਡੈਂਸ ਤੋਂ ਲੈ ਕੇ ਅੱਜ ਤੱਕ ਜਿਹੜੀ ਇੱਕ ਦੂਜੇ ਨਾਲ ਨੇੜਤਾ ਹੈ ਉਸੇ ਤਰ੍ਹਾਂ ਚੱਲ ਰਹੀ ਆ। ਤੇ ਉਧਰ ਨੂੰ ਇਹ ਜ਼ਿਆਦਾ ਫਾਇਦਾ ਪਹੁੰਚਾ ਰਿਹਾ, ਰਸ਼ੀਆ ਇਹਨਾਂ ਨੂੰ ਪਹੁੰਚਾ ਰਿਹਾ, ਇਹ ਰਸ਼ੀਆ ਨੂੰ ਪਹੁੰਚਾ ਰਹੇ। ਮੈਨੂੰ ਲੱਗਦਾ ਕਿ ਇਸ ਮਾਹੌਲ ਦੇ ਵਿੱਚ ਅਸਲ ਵਿੱਚ ਇਹੋ ਜਿਹੀਆਂ ਕਿਹੜਾ ਕੱਢਣ ਵਾਲੀ ਗੱਲ ਵੀ ਹੋ ਸਕਦੀ ਹੈ, ਉਹ ਸਾਡੀ ਸਰਕਾਰ ਨੂੰ ਕਾਰਨਰ ਕਰਨਾ ਚਾਹੁੰਦੇ ਆ। ਇਸ ਲਈ ਹੁਣ ਇਹ ਇੰਨੇ ਸਿੱਧੇ ਮਾਮਲੇ ਨਹੀਂ ਹੁੰਦੇ ਕੋਈ ਵਿੱਚ ਵਿਚਾਲੇ ਪੈ ਗਏ, ਓਏ ਨਹੀਂ ਓਏ ਚੁੱਪ ਕਰੋ, ਓਏ ਬਹਿ ਜਾਓ, ਕੋਈ ਗੱਲ ਨਹੀਂ, ਗਾਂ ਤੋਂ ਨਹੀਂ ਕਰੀਏ ਕਾਕਾ। ਇਸ ਤਰ੍ਹਾਂ ਥੋੜੀ ਹੈ, ਇਹ ਤੇ ਹੈਗਾ ਬਹੁਤ ਇੰਟਰੀਕੇਟ, ਬਹੁਤ ਸਾਰੀਆਂ ਇਹਦੇ ਚ ਹਿੱਤ, ਆਰਥਿਕ ਹਿੱਤ, ਰਾਜਨੀਤਿਕ ਹਿੱਤ, ਇਮੀਡੀਏਟ ਹਿੱਤ ਤੇ ਜਿਹੜੇ ਲੌਂਗ ਰਨ ਹਿੱਤ। ਜੇ ਇਮੀਡੀਏਟ ਜਿਸ ਤਰ੍ਹਾਂ ਚੋਣਾਂ ਦੇ ਤੁਸੀਂ ਗੱਲ ਕਰ ਰਹੇ ਆ, ਇਹੋ ਜਿਹੇ ਹਿੱਤ, ਇਹ ਬਹੁਤ ਕੁਝ ਕੰਪਲੈਕਸ ਹੁੰਦਾ। ਸਾਡੀ ਬੇਨਤੀ ਇੱਕੋ ਹੀ ਹੈ, ਸਾਡੀ ਵੱਲੋਂ ਜੋ ਮਰਜ਼ੀ ਕਰੀ ਜਾਣ ਸਰਕਾਰਾਂ ਪੱਧਰ ਤੇ ਕਰਨਾ, ਸਾਡੀ ਬੇਨਤੀ ਹੈ ਕਿ ਪੰਜਾਬ ਨੂੰ ਇਹਦੇ ਚ ਰਗੜਿਆ ਨਾ ਜਾਏ। ਇਹ ਦੋ ਸਾਂਢਾਂ ਦੇ ਭੇਡ ਦੇ ਵਿੱਚ ਸਾਡਾ ਨੁਕਸਾਨ ਨਾ ਕੀਤਾ ਜਾਏ। ਧਾਰਾ 370 ਹਟੀ ਤੇ ਪਾਕਿਸਤਾਨ ਨਾਲ ਟ੍ਰੇਡ ਬੰਦ ਕਰਤਾ। ਅਸੀਂ ਉਦੋਂ ਤੋਂ ਹੁਣ 19 ਤੋਂ ਲੈ ਕੇ ਹੁਣ ਤੱਕ ਉਹ ਟ੍ਰੇਡ ਬੰਦ ਹੋ ਕੇ ਸਾਨੂੰ ਪੰਜਾਬ ਨੂੰ ਬਹੁਤ ਨੁਕਸਾਨ ਹੋਇਆ। ਸਾਡਾ ਕੀ ਕਸੂਰ ਸੀ ਉਹਦੇ ਚ? ਹੁਣ ਤੁਹਾਡਾ ਆਪਸ ਵਿੱਚ ਪੇਚਾ ਪਿਆ ਹੋਇਆ ਸਾਡੇ ਦੇਸ਼ ਦਾ ਤੇ ਕੈਨੇਡਾ ਦਾ, ਤੇ ਨਾਲ ਉਹਨਾਂ ਦੇ 5 ਆਈਜ਼ ਜਿਹੜੇ 5 ਕੰਟਰੀ ਆ ਉਹਨਾਂ ਦੇ ਨਾਲ, ਤੇ ਤੁਸੀਂ ਪੰਜਾਬ ਨੂੰ ਫਿਰ ਰਗੜੇ ਲੱਗੀ ਜਾਂਦੇ ਆ। ਲੱਗਣਗੇ ਵੀ, ਡਰੇ ਵੀ ਆ ਲੋਕ। ਇਸ ਲਈ ਸਾਡਾ ਹੈ, ਅਸੀਂ ਤੇ ਇਹ ਕਹਿੰਦੇ ਆ ਕਿ ਇਸ ਨੂੰ ਇਸ ਢੰਗ ਦੇ ਨਾਲ ਹੱਲ ਕੀਤਾ ਜਾਏ। ਅਸੀਂ ਐਜ਼ ਪੰਜਾਬੀ ਵੀ, ਐਜ਼ ਇੰਡੀਅਨਸ ਵੀ, ਭਾਰਤੀ ਕਹੋ ਕਿਉਂਕਿ ਸ਼ਾਇਦ ਇੰਡੀਆ ਨਾ ਸਮਝਣ ਮੋਦੀ ਜੀ, ਅਸੀਂ ਭਾਰਤੀ ਵੀ, ਜੇ ਸਾਡੇ ਕੋਲ ਬਾਰ-ਬਾਰ ਜਿਸ ਤਰ੍ਹਾਂ ਕੰਗਣਾ ਰਣੌਤ ਕਹਿੰਦੀ ਆ ਕਿ ਸਿੱਖ ਜਿਹੜੇ ਆ ਦੇਸ਼ ਭਗਤੀ ਦਾ ਸਬੂਤ ਦੇਣ, ਉਹ ਇੰਜ ਕਰਨ, ਉਹ ਦੇਸ਼ ਦੀ ਏਕਤਾ ਲਈ ਵਚਨਬੱਧ ਹੋਣ, ਫਲਾਨਾ ਟਮਕਾਣਾ, ਜੇ ਤੇ ਮੋਦੀ ਜੀ ਨੇ ਇਹੋ ਜਿਹੇ ਕੰਗਣਾ ਰਣੌਤ ਦੀਆਂ ਗੱਲਾਂ ਸੁਣਨੀਆਂ, ਫਿਰ ਤੇ ਬਈ ਇਹ ਬੜਾ ਔਖਾ, ਸਾਨੂੰ ਦਰਦ ਦਿੰਦਾ, ਦੁੱਖ ਹੁੰਦਾ। ਪਰ ਜੇ ਉਹਨਾਂ ਨੇ ਸਾਡੇ ਇਤਿਹਾਸ ਨੂੰ ਸੁਣਨਾ, ਪੜ੍ਹਨਾ ਤੇ ਜੋ ਅਸੀਂ ਅੱਜ ਵੀ ਕਰ ਰਹੇ ਹਾਂ ਉਹਦੇ ਤੇ ਚੱਲਣਾ, ਤਾਂ ਫਿਰ ਸਾਡੇ ਨਾਲੋਂ ਵੱਧ ਭਾਵੇਂ ਬਾਰਡਰ ਤੇ ਬੈਠੇ ਆ ਕੋਈ ਦੇਸ਼ ਭਗਤ ਹੈ ਨਹੀਂ, ਇਹਦੇ ਤੇ ਕਿੰਤੂ ਪਰੰਤੂ ਨਾ ਕਰੋ। ਪਰ ਨਾਲ ਹੀ ਸਾਨੂੰ ਜੋ ਸਾਡਾ ਬਣਦਾ ਉਹ ਜ਼ਰੂਰ ਦੇਈ ਚੱਲੋ, ਸਾਨੂੰ ਰਗੜੇ ਨਾ ਲਾਓ, ਸਾਨੂੰ ਨੁਕਸਾਨ ਨਾ ਕਰੋ। ਸਾਡਾ ਨੁਕਸਾਨ ਇਸ ਵੇਲੇ ਨਾ ਦੇਸ਼ ਵਿੱਚ ਕੁਝ ਮਿਲ ਰਿਹਾ, ਜਾਨੀ ਦੇਸ਼ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਨਹੀਂ ਕੁਝ ਮਿਲ ਰਿਹਾ ਸਾਡੇ ਨੌਜਵਾਨਾਂ ਨੂੰ। ਜਦੋਂ ਕਿਤੇ ਬਾਹਰ ਜਾ ਕੇ ਆਪਣਾ ਸੁੱਖ ਦਾ ਸਾਹ ਕੁਝ ਰਸਤਾ ਲੱਭ ਰਹੇ ਆ ਤਾਂ ਉਹਦੇ ਵਿੱਚ ਵੀ ਵੱਡਾ ਫਾਨਾ ਠੋਕਿਆ ਗਿਆ, ਕਦੀ ਆਤੰਕਵਾਦ ਦੇ ਨਾਂ ਤੇ, ਕਦੀ ਗੈਂਗਸਟਰ ਦੇ ਨਾਂ ਤੇ। ਫੜੋ ਫੜਾਓ ਜੋ ਮਰਜ਼ੀ ਕਰੋ, ਪਰ ਪੰਜਾਬ, ਆਮ ਪੰਜਾਬੀ ਨੂੰ ਤੇ ਆਮ ਦੇਸ਼ ਵਾਸੀ ਨੂੰ ਵੀ, ਉਹ ਹਿੰਦੂ ਹੋਏ, ਮੁਸਲਮਾਨ ਹੋਏ, ਸਿੱਖ ਹੋਏ, ਮੈਨੂੰ ਲੱਗਦਾ ਕਿ ਅਸੀਂ ਆਮ ਜਨਤਾ ਨੂੰ ਉਹਦੇ 'ਚ ਨੁਕਸਾਨ ਨਹੀਂ ਹੋਣਾ ਚਾਹੀਦਾ। ਬਿਲਕੁਲ ਠੀਕ ਹੈ ਮਨਜੀਤ ਜੀ, ਬਿਲਕੁਲ ਠੀਕ ਕਹਿ ਰਹੇ ਹੋ। ਗੱਲ ਇੱਥੇ ਮੁੱਕਦੀ ਹੈ ਕਿ G20 ਸੰਮੇਲਨ ਤੋਂ ਬਾਅਦ ਵੀ ਵਨ ਅਰਥ, ਵਨ ਫੈਮਿਲੀ, ਵਨ ਫਿਊਚਰ ਕਹਿਣ ਤੋਂ ਬਾਅਦ ਵੀ
पूरब पूरब है, पश्चिम पश्चिम है, ईस्ट ईस्ट है, ਵੈਸਟ ਵੈਸਟ ਹੈ। ਔਰ ਜੇ ਸਾਰੀਆਂ ਸਹੂਲਤਾਂ ਅਸੀਂ ਆਪਣੇ ਦੇਸ਼ ਦੇ ਵਿੱਚ ਆਪਣੇ ਦੇਸ਼ ਵਾਸੀਆਂ ਨੂੰ ਦੇ ਦਈਏ ਤਾਂ ਸਾਡੇ ਸਟੂਡੈਂਟਸ ਨੂੰ, ਸਾਡੇ ਲੋਕਾਂ ਨੂੰ ਬਾਹਰ ਕਿਸੇ ਹੋਰ ਮੁਲਕ ਦੇ ਵਿੱਚ ਜਾ ਕੇ ਵਸਣ ਦੀ ਲੋੜ ਹੀ ਨਾ ਪਵੇ। ਸੋ ਬਹੁਤ ਬਹੁਤ ਸ਼ੁਕਰੀਆ ਮਨਜੀਤ ਜੀ, ਤੁਸੀਂ ਇਸ ਸਬਜੈਕਟ ਦੇ ਉੱਤੇ ਸਾਨੂੰ ਐਨਲਾਈਟਨ ਕੀਤਾ। ਥੈਂਕ ਯੂ ਸੋ ਮਚ ਮਨਜੀਤ। ਧੰਨਵਾਦ। ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਾਂਗੇ ਇਸ ਮਸਲੇ ਦੇ ਉੱਤੇ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।